स्टार्ट करते हैं। चलो थैंक यू बहुत थोड़ा गाने का, तो शेयरिंग वाले फट्टे चक के रखियो ना। हुण आपां एक यार जी मैं गल कल परसों की देख रहा, एक कोई बंदा आ कोई 50-55 साल की उम्र होनी है ना, ते वो किते जराब चक के दिखा रहा, किते कहंदा कि मेरे जिहड़ा सिप्पी है मेरे बूट पॉलिश करदा सीगा, जां होर भी खासा कुछ ना। मैनू पहली गल तो मैं इहो जिहे घटिया लाइक बंदे दा प्रोग्राम देखदा ही नहीं। मतलब मैं बूट भी पॉलिश करदा हाँ, ते मैं जराबां भी धो दिंदा, मैं झाड़ू भी ला दिंदा, मैं सारा कुछ कर दिंदा। पर ये सारा कुछ ना मैं सिर्फ इक्को जगह ते करदा, वो हैगी आ गुरु दी थां गुरुद्वारा साहब। धन धन श्री गुरु ग्रंथ साहब जी दे चरनां च जाके मैं हरेक सेवा करदा। पर जिहड़ा कम ऑन बेबी है, तेरे वर्गे बंदे ते ना भरावा थुकण नूं जी नहीं करदा, ओहदी भी बेइज्जती है। मतलब यार एडी डिग्गी हुई सोच आ कि 55 साल का बंदा जराब चक्की फिरदा है ना। लाहनत आ यार। अज जे हुण चल ही पे तो मैं भी हुण थोड़े जे किस्से सुनाऊंगा ਉਹਦੇ। पहली गल तां मर्द मर्दां नाल गल करदे चंगे लगदे आ। ਜਿਹੜਾ ਬੰਦਾ शाम ਨੂੰ 6-7 ਵਜੇ ਤੋਂ ਬਾਅਦ, ਇਹ ਸੱਚਾਈ ਆ, मतलब दुनिया ਨੂੰ पता, सारे टोरंटो ਨੂੰ कनेडा ਨੂੰ सारे सब ਨੂੰ पता, 6-7 ਵਜੇ ਤੋਂ ਬਾਅਦ ਬੰਦੇ ਦਾ ਜਦੋਂ ਨਾ मतलब ਦਿਨ ਜਾਂ ਛਿਪਦਾ ਆ, ਤੇ ਉਹ ਅਕਸਰ ਹੀ ਇੱਕ ਕਲਾਕਾਰ ਭਾਈ ਵੀ ਦੱਸਦਾ ਸੀਗਾ, ਉਹ ਘਰੇ ਇਨਵਾਈਟ ਕਰਦਾ ਆ ਵੀ ਆਓ ਭਾਈ ਤੁਸੀਂ ਸਾਡੇ ਘਰੇ ਡਿਨਰ ਤੇ ਆਓ। ਤੇ ਇਦਾਂ ਹੀ ਕੋਈ ਵੀਰ ਭਰਾ ਚਲਾ ਗਿਆ ਵੀ ਬੰਦੇ ਨੇ ਬੁਲਾਇਆ ਯਾਰ, ਬੇਬੀ ਨੇ ਵੀ ਵਧੀਆ ਇਨਸਾਨ ਲੱਗਦਾ, ਉਹ ਬੰਦਾ ਚਲਿਆ ਗਿਆ। ਤੇ ਜਦੋਂ ਗਿਆ ਉਹ ਤੇ ਕਹਿੰਦੇ ਉਹ ਬੈਠਾ, ਤੇ ਪਤਾ ਹੀ ਉਦੋਂ ਲੱਗਾ ਵੀ ਉਹ ਕਹਿੰਦਾ ਮੈਂ 1 ਮਿੰਟ ਸ਼ਾਵਰ ਲੈ ਕੇ ਆਉਣਾ। ਤੇ ਕਹਿੰਦਾ ਵੀ ਅੱਧੇ ਘੰਟੇ ਬਾਅਦ ਉਹ ਬੰਦਾ ਕਹਿੰਦਾ ਮੇਰੇ ਪੈਰ ਨਿਕਲ ਗਏ। ਕਹਿੰਦਾ ਜਦੋਂ ਕਮੋਨ ਬੇਬੀ ਨੇ ਲਾਲ ਰੰਗ ਦੀ ਸਾੜੀ ਲਾ ਲਈ ਤੇ ਲਿਪਸਟਿਕ ਲਾ ਲਈ, ਤੇ ਲਿਪਸਟਿਕ ਸਾੜੀ ਲਾ ਕੇ ਬਾਹਰ ਨਿਕਲਿਆ ਤੇ ਆ ਕੇ ਉਹਨੂੰ ਕਹਿੰਦਾ ਮੇਰਾ ਪੱਲੂ ਖਿੱਚ। ਕਹਿੰਦਾ ਪੱਲੂ ਖਿੱਚ ਮੇਰਾ ਨਾ। ਹੁਣ ਤੁਸੀਂ ਸੋਚ ਕੇ ਦੇਖੋ ਵੀ ਉਹ ਬੰਦੇ ਦੀ ਫੀਲਿੰਗ ਕੀ ਹੋਊਗੀ ਜਿਹੜਾ ਪੱਲੂ ਖਿੱਚਣ ਨੂੰ ਕਹਿ ਰਿਹਾ। ਹੁਣ ਜਿਹੜਾ ਬੰਦਾ ਬੰਦਾ ਹੀ ਨਹੀਂ ਹੈਗਾ, ਜਿਹਦੇ ਚ ਬੰਦਿਆਂ ਵਾਲਾ ਗੁਣ ਹੀ ਨਹੀਂ, ਜਿਹਦੇ ਚ ਮਰਦਾਂ ਵਾਲੀ ਗੱਲ ਹੀ ਨਹੀਂ ਯਾਰ, ਉਹਦੇ ਬਾਰੇ ਕਿਵੇਂ ਬੋਲਾਂ ਮੈਂ ਯਾਰ। ਸਾਨੂੰ ਬਹੁਤ ਇਹਨਾਂ ਨੇ ਕਿਹਾ, ਕਹਿੰਦੇ ਯਾਰ ਤੁਸੀਂ ਨਾ ਚਿੱਕੜ ਚ ਰੋੜਾ ਮਾਰ ਲਿਆ। ਮੈਂ ਕਿਹਾ ਬਾਈ ਮੈਨੂੰ ਪਤਾ, ਅਸੀਂ ਮਾਰਨਾ ਨਹੀਂ ਸੀ, ਚਿੱਕੜ ਬਾਰ-ਬਾਰ ਮੂਹਰੇ ਆਈ ਜਾਂਦਾ ਸੀ, ਸਾਨੂੰ ਰੋੜਾ ਮਾਰਨਾ ਪੈ ਗਿਆ ਚਿੱਕੜ ਚ। ਪਰ ਰੋੜਾ ਕਾਹਦਾ ਵੱਜਿਆ ਚਿੱਕੜ ਦੇ ਵਿੱਚ ਕਿ ਹੋਰ ਵੀ ਨਵੇਂ ਮੁੱਦੇ ਪਤਾ ਲੱਗਣੇ ਸ਼ੁਰੂ ਹੋ ਗਏ। ਪੱਲੇ ਡੱਕਾ ਵੀ ਨਹੀਂ ਹਨਾ। ਕਾਰਨ ਕੀ ਆ ਕਿ ਅੱਜ ਮੈਂ ਥੋੜੇ ਜਿਹੇ ਪੋਲ ਖੋਲੂੰਗਾ, ਕਿਉਂਕਿ ਮੇਰਾ ਯਾਰ ਸੱਚੀ ਨਹੀਂ ਹਰੇਕ ਬੰਦੇ ਦਾ ਹੁੰਦਾ ਕਿ ਮੈਂ ਸ਼ਾਂਤੀ ਵਾਲੀ ਜ਼ਿੰਦਗੀ ਜਿਵਾਂ। ਮੈਂ ਵੀ ਉਹ ਇਨਸਾਨ ਆ, मतलब ਵਾਹਿਗੁਰੂ ਦੇ ਮੇਰੇ ਨਾਲ। ਅੱਛਾ ਬੰਦਾ ਕਹਿੰਦਾ ਕਿ ਯਾਰ ਵੀ ਮੇਰੀਆਂ ਜਰਾਬਾਂ ਮੇਰੇ ਬੂਟ, ਝੂਠ ਬੋਲਣ ਤੋਂ ਪਹਿਲਾਂ ਸ਼ਰਮ ਕਰੀਦੀ ਹੁੰਦੀ ਹੈ। ਇਹ ਚੀਜ਼ਾਂ ਮੈਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਯਾਰ। ਮੈਨੂੰ ਜਾਣਨ ਵਾਲੇ, ਮੈਨੂੰ ਚਾਹਣ ਵਾਲੇ ਚੰਗੇ ਤਰੀਕੇ ਨਾਲ ਜਾਣਦੇ ਆ ਕਿ ਆ ਗਰਦਨ ਲੈ ਜੂਗੀ, ਪਰ ਤੇਰੇ ਵਰਗੀ ਝੂਠ ਦੀਆਂ ਜਰਾਬਾਂ ਬੂਟ ਜ਼ਿੰਦਗੀ 'ਚ ਨਹੀਂ ਹੋ ਸਕਦਾ। ਜਿੰਨਾ ਚਿਰ ਸਾਹ ਚੱਲਦੇ ਆ ਨਾ, ਜਿੰਨਾ ਚਿਰ ਉਹ ਵਾਹਿਗੁਰੂ ਨੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਹ ਦਿੱਤੇ ਆ, ਜਿੰਨਾ ਚਿਰ ਇਹ ਚੱਲਦੇ ਆ, ਇਹ ਉਸੇ ਦੇ ਨਾਂ ਦੇ ਆ। ਤੇਰੇ ਵਰਗੇ
ਇਹ ਜਿਹੜੇ ਇਹ ਸਿਰਫ ਐਂ ਕਰਨ ਵਾਲੇ ਹੋ ਨਾ ਤੁਸੀਂ, ਕੀ ਕਹਾਂ। ਜਿਹੜਾ ਅਸਲੀ ਮਰਦ ਪਤਾ ਕੌਣ ਹੁੰਦਾ? ਅਸਲੀ ਮਰਦ ਉਹ ਹੁੰਦਾ ਜਿਹੜਾ ਜ਼ਿੰਦਗੀ 'ਚ ਇੱਕ ਵਾਰੀ ਵਿਆਹ ਕਰਾਵੇ ਤੇ ਆਪਦਾ ਪਰਿਵਾਰ ਸਾਂਭੇ, ਜਿਹਦੇ ਬੱਚੇ ਵੀ ਉਹਦੇ ਨਾਲ ਖੁਸ਼ੀ ਨਾਲ ਰਹਿ ਰਹੇ ਹੋਣ, ਜਿਹਦੇ ਮਾਂ-ਪਿਓ ਵੀ ਉਹਦੇ ਨਾਲ ਖੁਸ਼ੀ ਨਾਲ ਰਹਿ ਰਹੇ ਹੋਣ, ਉਹ ਅਸਲੀ ਮਰਦ ਹੁੰਦਾ। ਜਿਹੜਾ ਬੰਦਾ ਆਪਦੇ ਪਰਿਵਾਰ ਨੂੰ ਘਰੇ ਲਿਆ ਕੇ ਹੱਕ ਦੀ ਰੋਟੀ ਖਵਾ ਸਕੇ, ਉਹ ਮਰਦ ਹੁੰਦਾ। ਜਿਹਦੇ ਬੱਚੇ ਆਪਦੇ ਫਾਦਰ ਤੋਂ ਖੁਸ਼ ਹੋਣ, ਉਹ ਮਰਦ ਹੁੰਦਾ। ਸਮਝਦਾ? ਤੇਰੇ 'ਚ ਇੱਕ ਵੀ ਗੁਣ ਨਹੀਂ, ਉਹ ਇੱਕ ਵੀ, ਸਾਰਿਆਂ ਨੂੰ ਪਤਾ, ਇੱਕ ਗੁਣ ਵੀ ਹੈ ਨਹੀਂ ਤੇਰੇ 'ਚ। ਤੂੰ ਸਰਦਾਰੀ ਦੀਆਂ ਗੱਲਾਂ ਕਰਦਾ, ਜਰਾਬਾਂ ਦੀਆਂ ਗੱਲਾਂ ਕਰਦਾ ਨਾ, ਜਿਹੜਾ ਵਾਹਿਗੁਰੂ ਨੇ ਖੂਨ ਚਲਾਇਆ ਨਾ ਨਾੜਾਂ 'ਚ ਨਾ, ਇਹ ਬੜਾ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਇਹ ਰੱਬ ਨੂੰ ਜਵਾਬ ਦੇਣ ਵਾਲਾ ਖੂਨ ਆ। ਕਦੇ ਓਪਨ ਨਹੀਂ ਕੀਤੀਆਂ, ਮੈਂ ਸਕਰੀਨ ਤੇ ਬੈਠ ਕੇ ਰੋਂਦਾ ਨਹੀਂ, ਨਾ ਹੀ ਮੈਂ ਰੋਣਾ, ਕਿਉਂਕਿ ਰੱਬ ਨੇ ਸੱਚੇ ਪਾਤਸ਼ਾਹ ਨੇ ਮੈਨੂੰ ਸਾਰਾ ਕੁਝ ਦਿੱਤਾ। 1974 ਦੇ ਵਿੱਚ ਦੱਸਣ ਲੱਗਾ, ਮੇਰੇ ਫਾਦਰ ਸਾਹਿਬ, ਮੇਰੇ ਡੈਡ, ਦਾਦਾ ਦਾਦੀ, ਮੇਰਾ ਚਾਚਾ ਸਰਦਾਰ ਗੁਰਮੇਲ ਸਿੰਘ ਗਿੱਲ, ਮੇਰੇ ਮਾਮੇ ਸਾਰੇ ਕੈਨੇਡਾ ਦੇ ਵਿੱਚ ਸੀਗੇ। ਤੇਰੇ ਵਰਗੀ ਝੂਠ ਦੀਆਂ ਮੈਂ ਮਿਹਨਤਾਂ ਨਹੀਂ ਕਰਦਾ ਕਿ ਮੈਨੂੰ ਵੀਜ਼ਾ ਲਵਾ ਦੇ, ਮੈਨੂੰ ਲੋੜ ਨਹੀਂ। ਆਨਸਰ ਤਾਂ ਕਰਨਾ ਪੈ ਗਿਆ ਕਿਉਂਕਿ ਸਾਡੇ ਲੋਕ ਬੜੇ ਭੋਲੇ ਆ, ਉਹਨਾਂ ਨੂੰ ਲੱਗਦਾ ਵੀ ਜੋ ਬੰਦਾ ਯਾਰ ਆ ਕੇ ਬੋਲ ਰਿਹਾ ਹੀ ਸੱਚ ਬੋਲ ਰਿਹਾ। ਮੈਂ ਕਾਰਨ ਵੀ ਦੱਸੂਗਾ ਵੀ ਇਹ ਗੱਲ ਕਿਉਂ ਚੱਲੀ ਹੈ। ਤੇ ਹੁਣ ਚੀਕਾਂ ਪੈ ਗਈਆਂ ਹੋਣਗੀਆਂ, ਤੁਸੀਂ ਦੇਖ ਲਿਓ, ਉਧਰ ਪ੍ਰੋਗਰਾਮ ਚੱਲਦਾ ਸੀ, ਉਹਦਾ ਛੱਡ ਕੇ ਹੁਣ ਮੇਰਾ ਲਾਈਵ ਸੁਣ ਰਿਹਾ ਹੋਊਗਾ। ਓਏ ਯਾਰ, ਜਦੋਂ ਮੈਂ ਜੰਮਿਆ ਸੀ ਨਾ ਸੱਚੇ ਪਾਤਸ਼ਾਹ ਦੀ ਮਿਹਰ ਨਾਲ, ਹਰੇਕ ਗੱਲ 'ਚ ਮੈਂ ਸੱਚੇ ਪਾਤਸ਼ਾਹ ਦਾ ਨਾਂ ਤਾਂ ਲੈਣਾ, ਵੀ ਲੋਕਾਂ ਨੂੰ ਇਹ ਨਾ ਲੱਗੇ ਸਾਡੇ ਸੁਣਨ ਵਾਲਿਆਂ ਨੂੰ ਕਿ ਇਹ ਹੰਕਾਰ ਦੀ ਗੱਲ ਕਰਦਾ, ਮੈਨੂੰ ਮਜਬੂਰ ਕਰ ਰਿਹਾ ਤੂੰ, ਹਨਾ। ਉਸ ਵੇਲੇ ਸਾਰਾ ਕੁਝ ਬਾਬੇ ਦੀ ਮਿਹਰ ਨਾਲ, ਜਦੋਂ ਤੂੰ ਉੱਥੇ ਕਿਸੇ ਦੇ ਝੂਠੇ ਭਾਂਡੇ ਮਾਂਜਦਾ ਹੋਏਗਾ ਨਾ, ਉਸ ਵੇਲੇ ਵੀ ਰੱਬ ਨੇ ਸਰਦਾਰੀ ਦਿਖਾਈ ਹੈ। ਜਵਾਕ ਸੀ ਪਰ ਮੇਰਾ ਸਾਰਾ ਕੁਝ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਬਾਹਰੋਂ ਆਉਂਦਾ ਸੀਗਾ, ਹੈਨਾ। ਤੇ ਤੂੰ ਸਰਦਾਰੀ ਦੀਆਂ ਗੱਲਾਂ ਨਾ ਕਰ। ਨਾਲੇ ਯਾਰ ਜਿਹੜਾ ਬੰਦਾ ਮਰਦੀ ਨਹੀਂ ਉਹਦਾ ਨਾਲ ਗੱਲ ਕੀ ਕਰਨੀ ਯਾਰ, ਗਾਉਣੀ ਨਹੀਂ ਕੋਈ। ਲਿਪਸਟਿਕ ਤੂੰ ਲਾਉਂਦਾ, ਸਾੜੀ ਤੂੰ ਲਾ ਲੈਣਾ, ਮੈਂ ਤਾਂ ਕੋਈ ਬੰਦਾ ਕਹਿੰਦਾ ਸਕਰਟ ਵੀ ਪਾ ਲੈਂਦਾ, ਹਨਾ। ਆ ਇੱਕ ਕਹਿ ਰਿਹਾ ਵੀ ਤੇਰੀ ਕੋਈ ਵੀਡੀਓ ਲੈ ਕੇ ਆਉਣੀ ਆ, ਲੈ ਕੇ ਆ ਯਾਰ, ਦਿਖਾ, ਦੇਖ। ਐਵੇਂ ਨਹੀਂ, ਜੇ ਤੇਰੇ ਕੋਲੇ ਇੱਕ ਪ੍ਰੋਗਰਾਮ ਆ ਨਾ, ਉਹਨੂੰ ਇਮਾਨਦਾਰੀ ਨਾਲ ਚਲਾ। ਹੁਣ ਜਿਹੜੇ ਬੰਦੇ ਉਸ ਪ੍ਰੋਗਰਾਮ ਦੇ ਵਿੱਚ ਐਡ ਦਿੰਦੇ ਨੇ ਯਾਰ, ਸਾਰੇ ਮੈਂ ਹੱਥ ਜੋੜ ਕੇ ਕਹਿੰਦਾ ਮਾਈਂਡ ਨਾ ਕਰਿਓ। ਹਾਂ ਸੱਚ ਗੱਲ ਵਿੱਚ ਰਹਿ ਗਈ, ਆ ਜਿਹੜੀ ਗੱਲ ਕਰਦਾ ਵੀ ਬਾਹਰ ਆਇਆ ਇਹ ਵੋ, ਆਇਆ ਸੀ ਮੈਂ ਸ਼ੋਅ ਤੇ, ਪਰ ਕਲਾਕਾਰ ਜਿਹੜੇ ਨਾਲ ਆਏ ਸੀ ਮੇਰੇ ਭਰਾ, ਤੇ ਜਿਹੜੇ ਦੁਨੀਆ ਉੱਥੇ ਸੀ, ਜੇ ਕੋਈ ਨਾ ਵੇਖਿਆ ਹੋਵੇ, ਸੱਚ ਪਤਾ ਆ, ਅੱਜ ਤੱਕ ਮੈਂ ਹੋਟਲ 'ਚ ਨਹੀਂ ਰਿਹਾ ਕਿਸੇ 'ਚ। ਮੇਰੇ ਪ੍ਰਮੋਟਰ ਜਿੰਨੇ ਮੇਰੇ ਭਰਾ ਰਹੇ ਨੇ, ਉਹਨਾਂ ਨੂੰ ਪੁੱਛ ਕੇ ਦੇਖਿਓ, ਉਹਨਾਂ ਨੂੰ ਵੀ ਲਾਈਵ ਲੈ ਕੇ ਪੁੱਛੀ ਵੀ ਸਿੱਪੀ ਕਿੱਦਾਂ ਦਾ ਇਨਸਾਨ ਆ। ਜੇ ਕਿਸੇ ਸ਼ੋਅ 'ਚ ਘਾਟਾ ਪੈਣ ਵਾਲੀ ਗੱਲ ਹੋਵੇ ਨਾ, ਕਈ ਵਾਰੀ ਮੈਂ ਵੀ ਕਹਿ ਦਿੰਦਾ ਮੇਰੇ ਸ਼ੋਅ ਦੇ ਪੈਸੇ ਛੱਡੇ, ਸਮਝਦਾ। ਸੋ ਇਹ ਤੂੰ ਇੱਧਰ ਨਾ ਗੱਲਾਂ ਕਰ। ਜਦੋਂ 에어ਪੋਰਟ ਤੋਂ ਉਤਰਿਆ ਸੀ, ਇੱਕੋ ਹੀ ਸ਼ੋਅ ਤੇ ਆਇਆ ਸੀ ਤੇਰੇ ਤੇ, ਗਲਤੀ ਹੋ ਗਈ। ਪਰ ਉਸ ਸ਼ੋਅ ਵਾਸਤੇ ਵੀ ਮੇਰੇ ਮਾਮਿਆਂ ਨੇ, ਜਿੰਨਾ ਉਹ ਇੱਕ ਕਬੱਡੀ ਦਾ ਗਰੁੱਪ ਸੀਗਾ, ਸੰਤੋਖ ਸਿੰਘ ਔਲਖ, ਬਿੱਲਾ ਪਿੰਡਰਾਂ ਤੋਂ, ਬਿੰਦਰ ਰੱਜੀਵਾਲ, ਜਾਂ ਜਿੰਨੇ ਵੀ ਸਾਡੇ ਉੱਥੇ ਭਰਾ ਨੇ, ਮੇਰੇ ਮਾਮੇ ਸੀ ਜਿਹੜੇ ਪਹਿਲਾਂ, ਮਿੰਟੂ ਕਿਸ਼ਨਪੁਰੇ ਤੋਂ, ਹਨਾ, ਪੁਰਾਣੇ ਪਲੇਅਰ, ਤੈਨੂੰ ਪੈਸੇ ਦਿੱਤੇ ਸੀ ਉਹਨਾਂ ਨੇ, ਸਪਾਂਸਰਾਂ ਦਿੱਤੀਆਂ ਹੋਣਗੀਆਂ 1000 15, ਕਿੰਨਾ ਚਿਰ ਤੂੰ ਮੰਗ ਤੰਗ ਕੇ ਤੂੰ ਮੇਲਾ ਕਰਾਉਣਾ ਹੈ। ਉਸ ਤੋਂ ਬਾਅਦ ਜਿੰਨੇ ਵੀ ਕਲਾਕਾਰ ਤੇਰੇ ਸ਼ੋਅ ਤੇ ਆਉਂਦੇ ਆ, ਤੈਨੂੰ ਇਹ ਹੁੰਦਾ ਇਹਨਾਂ ਨੂੰ ਰੁਪਈਆ ਦੇਣਾ ਨਾ ਪੈ ਜੇ। ਮੈਂ ਵੀ ਫ੍ਰੀ ਆਇਆ ਸੀਗਾ, ਠੀਕ ਹੈ ਨਾ। ਤੇ ਤੇਰੇ ਇੱਕ ਦਿਨ ਵੀ ਤੇਰੇ ਹੋਟਲ 'ਚ ਨਹੀਂ ਰੁਕਿਆ, ਘਰੋਂ ਆਪਦੀ ਗੱਡੀ ਦੇ ਵਿੱਚ, ਆ ਸਰਦਾਰ ਆ ਮੈਂ, ਸਰਦਾਰ ਤੇਰੇ ਆਪਦੀ ਗੱਡੀ 'ਚ ਆਉਂਦਾ ਸੀ ਤੇਰੇ ਸ਼ੋਅ ਤੇ, ਰਿਹਰਸਲ ਤੇ ਵੀ ਆਇਆ ਸੀਗਾ, ਉਹ ਆਪਦੀ ਗੱਡੀ ਤੇ ਸਿੱਧਾ ਵੰਡਰਲੈਂਡ ਗਾ ਕੇ ਵਾਪਸ ਚਲਾ ਗਿਆ ਸੀ। ਅਗਲੇ ਦਿਨ ਨੂੰ ਮੈਂ ਵੈਨਕੂਵਰ ਦੀ ਟਿਕਟ ਕਰਵਾ ਲਈ ਸੀ, ਤੇ ਇੱਥੋਂ ਮੰਗੇ ਨਹੀਂ ਪੈਸੇ, ਆਪਦੇ ਘਰੇ ਚਲਾ ਗਿਆ ਸੀ, ਆਪਦੇ ਚਾਚਾ ਜੀ ਕੋਲੇ, ਗੁਰਮੇਲ ਸਿੰਘ ਕੋਲੇ, ਠੀਕ ਹੈ। ਕਿਉਂ ਗਿਆ ਸੀਗਾ?
ਕਿਉਂਕਿ ਤੂੰ ਇਨਸਾਨ ਹੀ ਘਟੀਆ। ਮੈਂ ਉਸ ਵੇਲੇ ਇੱਕ ਜਵਾਕ ਸੀ ਤੇ ਜਿਹੜੀਆਂ ਤੇਰੀਆਂ ਕਰਤੂਤਾਂ ਸੀਗੀਆਂ, ਤੈਨੂੰ ਇਹ ਸੀ ਕਿ ਜਦੋਂ ਕੋਈ ਯਾਰ ਬੰਦਾ ਹੁੰਦਾ ਨਾ ਉੱਥੇ, ਸੌਰੀ ਮੇਰੇ ਇਹ ਪ੍ਰੋਗਰਾਮ ਕੁਛ ਛੋਟੇ ਬੱਚੇ ਵੀ ਦੇਖਦੇ ਹੋਣਗੇ, ਪਲੀਜ਼ ਤੁਸੀਂ ਨਾ ਸੁਣਿਓ ਕਿਉਂਕਿ ਤੇਰੀ ਨਿਗਾਹ ਬੜੀ ਗੰਦੀ ਹੈ ਯਾਰ। ਮੈਂ ਆਪਦੀ ਟਿਕਟ ਕਰਾ ਕੇ ਵੈਨਕੂਵਰ ਚਲਿਆ ਗਿਆ, ਤੁਹਾਨੂੰ ਸਟੋਰੀ ਦੱਸਦਾ। ਜਦੋਂ ਵੈਨਕੂਵਰ ਤੋਂ ਮੈਂ ਵਾਪਸ ਜਦੋਂ ਇੰਡੀਆ ਨੂੰ ਆਉਣਾ ਸੀ ਤੇ ਮੈਂ ਟੋਰਾਂਟੋ ਤੋਂ ਹੀ ਫਲਾਈਟ ਹੋਣੀ ਸੀ ਤੇ ਮੈਂ ਵਾਪਸ ਟੋਰਾਂਟੋ ਆ ਗਿਆ। ਜਦੋਂ ਟੋਰਾਂਟੋ ਵਾਪਸ ਆਇਆ ਤੇ ਮੈਂ ਫੇਰ ਤੋਂ ਪਤਾ ਲੱਗ ਗਿਆ ਇਸ ਲੂੰਬੜੀ ਨੂੰ ਵੀ ਮੁੰਡਾ ਵਾਪਸ ਆ ਗਿਆ। ਫੇਰ ਚੱਕ ਲਿਆ ਸਿਸਟਮ ਨਾ, ਫੋਨ ਆਉਣੇ ਸ਼ੁਰੂ ਹੋ ਗਏ। ਮੈਂ ਮਾਮਿਆਂ ਨੂੰ ਦੱਸਿਆ, ਮੈਂ ਕਿਹਾ ਯਾਰ ਵੀ ਮੈਂ ਨਹੀਂ ਜਾਣਾ ਇਹਦੇ, ਇਹ ਡਿਨਰ ਤੇ ਬੁਲਾ ਰਿਹਾ ਘਰੇ, ਮੈਂ ਨਹੀਂ ਜਾਣਾ ਇਹਦੇ ਘਰੇ। ਕਮ ਔਨ ਬੇਬੀ, ਯਾਰ ਤੂੰ ਕਿੱਡਾ ਘਟੀਆ ਬੰਦਾ ਯਾਰ। ਤੂੰ ਬੰਦਾ ਵੇਖ ਕੇ ਤੇਰੇ ਮੂੰਹ 'ਚ ਲਾਲਾਂ ਡਿੱਗਣ ਲੱਗ ਜਾਂਦੀਆਂ, ਤੂੰ ਕਿਹਦਾ ਇਨਸਾਨ ਹੈ ਯਾਰ। ਮੈਂ ਕਿਹਾ ਵੀ ਮੈਂ ਜਾਣਾ ਨਹੀਂ। ਤੇ ਫਿਰ ਹਾਰ ਕੇ ਮੈਨੂੰ ਅੱਜ ਵੀ ਯਾਦ ਆ, ਬਿੱਲਾ ਮਾਮਾ ਕਬੱਡੀ ਪਲੇਅਰ ਨੇ ਤੇ ਸੁੱਖਾ ਮਾਮਾ, ਮਿੰਟੂ, ਉਹਨਾਂ ਨੂੰ ਵੀ ਮਾਮਾ ਜੀ ਕਹਿੰਦਾ, ਸਾਡੀ ਰਿਸ਼ਤੇਦਾਰੀ ਹੋਰ ਵੀ ਆ। ਤਾਂ ਮੈਂ ਕਿਹਾ ਮੇਰੇ ਨਾਲ ਚੱਲੋ। ਇਹ ਕਹਿੰਦੇ ਤੂੰ ਮਿਲਿਆ? ਮੈਂ ਕਿਹਾ ਨਾ, ਮੇਰੇ ਨਾਲ ਚੱਲੋ, ਮੈਂ ਨਹੀਂ ਇਹਦੇ ਘਰੇ ਜਾਣਾ। ਕਿਉਂਕਿ ਵੀਰੇ ਹੱਥ ਬੰਨੇ ਕਿਤੇ, ਮੈਂ ਕਿਹਾ ਮੇਰੇ ਨਾਲ ਵੀ ਉਹੀ ਨਾ ਹੋਵੇ ਵੀ ਮੈਂ ਬੰਦਾ ਜਾਵੇ ਉੱਥੇ ਤੇ ਬੇਸਮੈਂਟ 'ਚ ਮੈਂ ਬੈਠਾ ਹਾਂ ਵੀ ਚਲੋ ਮੈਨੂੰ ਡਿਨਰ ਕਰਾਊਗਾ ਬੰਦਾ, ਕਮ ਔਨ ਬੇਬੀ, ਤੇ ਅੰਦਰੋਂ ਸਕਰਟ ਜਾਂ ਸਾੜੀ ਲਾ ਕੇ ਲਿਪਸਟਿਕ ਲਾ ਕੇ ਬਾਹਰ ਆ ਜਾਵੇ। ਮੈਂ ਕਿਹਾ ਮਾਫ ਕਰੋ ਜੀ। ਫਿਰ ਉਦੋਂ ਮਾਮੇ ਹੁਣੀ ਮੇਰੇ ਨਾਲ ਗਏ। ਇੱਕ ਵਾਰੀ ਘਰੇ ਗਿਆ ਉਹ ਇਸ ਕਰਕੇ ਕਿ ਮੈਂ ਚੱਲ ਫਿਰ ਵੀ ਕਿਤੇ ਨਾ ਕਿਤੇ ਕਦਰ ਕਰਦਾ ਸੀ ਬੰਦੇ ਦੀ। ਉਹ ਵੀ ਡਿਨਰ ਤੇ ਗਏ ਤੇ ਮਾਮੇ ਹੁਣੀ ਨਾਲ ਗਏ, ਨਾਲੇ ਉਹਨਾਂ ਨੇ ਟਿਚਰਾਂ ਕੀਤੀਆਂ ਇਹਨੂੰ, ਹਨਾ, ਨਾਲੇ ਮਖੌਲ ਕੀਤੇ ਇਹਨੂੰ, ਤੇ ਮੁੜ ਆਏ। ਆਪਾਂ ਜਹਾਜ਼ ਬਹਿ ਕੇ ਇੰਡੀਆ ਆ ਗਏ। ਉਸ ਦਿਨ ਤੋਂ ਬਾਅਦ ਇਸ ਕੁੱਤੇ ਬੰਦੇ ਦੇ ਪ੍ਰੋਗਰਾਮ ਤੇ ਮੈਂ ਨਹੀਂ ਜਾਊਂਗਾ, ਠੀਕ ਹੈ। ਅਗਲੀ ਗੱਲ, ਮੈਂ ਸੁਣਿਆ ਇਹ ਬੰਦਾ ਕਹਿੰਦਾ ਵੀ ਮੈਂ ਤਾਂ ਹੁਣ ਵੀ ਸ਼ੋਅ ਕਰਾਉਂ, ਕਲਾਕਾਰ ਆਉਣਗੇ। ਮੇਰੇ ਕਲਾਕਾਰ ਭਰਾਵੋ, ਆਪਾਂ ਸਰਦਾਰ ਆ ਯਾਰ ਸਾਰੇ। ਜਿਹੜੀ ਜੌਬ ਆਪਾਂ ਨੂੰ ਰੱਬ ਨੇ ਦਿੱਤੀ ਆ ਨਾ, ਇਹ ਹਰੇਕ ਨੂੰ ਨਹੀਂ ਮਿਲਦੀ। ਤੇ ਜੇ ਤੁਸੀਂ ਮੇਰੇ ਭਰਾ ਗੱਲ ਮੰਨਦੇ ਹੋ ਤੇ ਜੇ ਵਾਕਿਆ ਹੀ ਅਸਲੋਂ ਘੈਂਟ ਹੋ, ਫਿਰ ਹੁਣ ਅੜ ਜਿਓ, ਜਾਣਾ ਨਹੀਂ। ਮਤਲਬ ਇਹ ਕਲਾਕਾਰ ਨੂੰ ਇਦਾਂ ਸਮਝਦਾ ਬੰਦਾ ਵੀ ਮਤਲਬ ਮੈਂ ਤਾਂ ਕਲਾਕਾਰ ਹੈ ਹੀ ਨਹੀਂ ਵੀਰੇ। ਮੈਨੂੰ ਤਾਂ ਗੁੱਸਾ ਆਉਂਦਾ ਜੇ ਮੈਨੂੰ ਕੋਈ ਬੰਦਾ ਗਾਉਣ ਵਾਲਾ ਕਵੇ, ਮੈਂ ਤਾਂ ਕਲਾਕਾਰ ਹੈ ਹੀ ਨਹੀਂ, ਠੀਕ ਹੈ ਨਾ। ਜਾਇਓ ਨਾ, ਹੁਣ ਮਰਦਾਂ ਵਾਲੀ ਗੱਲ ਕਰਨੀ ਆ, ਹਨਾ। ਲੇਰਾ ਪੈਣ ਫੇਰ ਲੱਗੂ ਨਾ ਪਤਾ। ਐਵੇਂ ਜਾਵੜ ਕੇ ਆਪਾਂ ਲੈਣਾ ਕੀ ਹੈ ਯਾਰ। ਕਿੰਨੀ ਸੋਹਣੀ ਰੋਟੀ ਖਾਂਦੇ ਆਪਾਂ। ਇੱਕ ਆਰਟਿਸਟ ਇੱਕ ਪ੍ਰੋਗਰਾਮ ਲਾਉਂਦਾ, ਉਹਦੇ ਕੋਲੇ ਜ਼ਿਆਦਾ ਨਹੀਂ ਤਾਂ 2-3 ਮਹੀਨਿਆਂ ਦਾ ਖਰਚਾ ਇਕੱਠਾ ਹੋ ਜਾਂਦਾ। ਮੈਂ ਕਲਾਕਾਰਾਂ ਦਾ ਨਾਮ ਵੀ ਦੱਸ ਸਕਦਾ, ਪਰ ਮੈਂ ਮਤਲਬ ਹੀ ਨਹੀਂ, ਮੈਂ ਨਾਂ ਹੀ ਨਹੀਂ ਲੈਣਾ ਯਾਰ ਇਹ, ਕਿਉਂਕਿ ਇੱਜ਼ਤ ਤਾਂ ਸਭ ਦੀ ਯਾਰ। ਇੱਕ ਉਹ ਜਦੋਂ ਮੈਨੂੰ ਗੱਲ ਪਤਾ ਲੱਗੀ, ਵੀਰ ਨੇ ਦੱਸੀ ਯਾਰ, ਕਹਿੰਦਾ ਸਾੜੀ ਮਤਲਬ ਲਾ ਕੇ ਲਾਲ ਤੇ ਲਿਪਸਟਿਕ ਲਾ ਕੇ ਬੰਦਾ ਬਾਹਰ ਆ ਗਿਆ। ਮੈਂ ਯਾਰ ਉਸਤਾਦ ਯਾਰ, ਇਹ ਕਹਾਵਤ ਵੀ ਆ ਬਾਹਰ, ਉੱਥੇ ਕਹਿੰਦੇ ਵੀ ਬਰੈਂਪਟਨ ਦੀਆਂ ਗਲੀਆਂ ਦੇ ਵਿੱਚ ਰਾਤ ਨੂੰ ਇੱਕ ਭੂਤ ਘੁੰਮਦੀ ਆ ਤੇ ਉਹਦੇ ਲਾਲ ਸਾੜੀ ਲੱਗੀ ਹੁੰਦੀ ਆ ਤੇ ਲਿਪਸਟਿਕ ਵੀ ਲਾਈ ਹੁੰਦੀ ਉਹਦੇ, ਹਨਾ। ਤੇ ਬਚਾ ਰੱਖਿਓ ਉਹਦੇ ਤੋਂ, ਹਨਾ। ਸਪੈਸ਼ਲ ਜਿਹੜੇ ਉਹ ਯੰਗ ਜਿਹੜੇ ਮੁੰਡੇ ਕਬੱਡੀ ਵਾਲੇ ਪਲੇਅਰ ਆ, ਜਿਨ੍ਹਾਂ ਦੀ ਛਾਤੀ ਤੇ ਮਜ਼ਾ ਰਹਿੰਦਾ, ਉਧਰ ਨੂੰ ਵੱਧ ਜਾਂਦੀ ਆ ਉਹ। ਇੱਕ ਪਲੇਅਰ ਹੁੰਦਾ ਸੀਗਾ ਪੁਰਾਣਾ, ਕਹਿੰਦੇ ਸੱਚੀਆਂ ਗੱਲਾਂ ਨੇ ਇਹ, ਹਨਾ। ਤੇ ਇਹਦੀਆਂ ਚੀਕਾਂ ਪੈਣੀਆਂ ਨੇ ਹੁਣ, ਦੇਖੀ ਇਹਨੇ ਪ੍ਰੋਗਰਾਮ ਮੇਰੇ ਤੇ ਹੀ ਕਰਨਾ, ਤੂੰ ਕਰ। ਅਸੀਂ ਕਾਨੂੰਨੀ ਲੜਾਈ ਸ਼ੁਰੂ ਕੀਤੀ ਸੀ ਕਾਨੂੰਨ ਦੀ, ਤੇ ਉਹ ਜਾਰੀ ਰਹੂਗੀ। ਮੈਂ ਤੁਹਾਨੂੰ ਦੱਸਣ ਲੱਗਾ, ਹੁਣ ਮੁੱਦੇ ਸਾਰੇ ਫਰੋਲੂੰਗਾ ਮੈਂ। ਕਬੱਡੀ ਦਾ ਪਲੇਅਰ ਕੋਈ ਵੀ ਜਾ ਵੜੇ ਤਾਂ ਉੱਥੇ ਅਨਾਉਂਸਮੈਂਟ ਇਹ ਕੀਤੀ ਸੀ ਵੀ ਹਫਤਾ ਕਮ ਔਨ ਬੇਬੀ ਦੇ ਕੋਲੇ ਰਹੋ ਤੇ ਤੁਹਾਨੂੰ ਪਾਸਪੋਰਟ ਦਵਾ ਦੂਗਾ। ਵਾਹ ਜਨਾਬ, ਸਿਰਾ ਕਰਾ ਦਿੰਦੇ ਹੋ। ਮੈਨੂੰ
ਸਹੁੰ ਮੈਂ ਖਾਂਦਾ ਨਹੀਂ, ਮੈਂ ਖਾਣੀ ਨਹੀਂ, ਪਰ ਮੈਨੂੰ ਮੇਰੇ ਖੂਨ ਦੀ ਸਹੁੰ ਖਾਂਦਾ ਮੈਂ। ਇੱਕ ਵਾਰੀ ਉੱਥੇ ਗਿਆ ਸੀ, ਇੱਕ ਵਾਰੀ ਇੱਜ਼ਤ ਦੇ ਤੌਰ ਤੇ ਮੈਂ ਨਾ ਬੰਦੇ ਦਾ ਸਨਮਾਨ ਕਰ ਬੈਠਾ, ਮੇਰੇ ਤੋਂ ਗਲਤੀ ਹੋ ਗਈ, ਪਰ ਮੈਂ ਥੁੱਕ ਕੇ ਚੱਟਦਾ ਨਹੀਂ ਹੁਣ ਨਹੀਂ। ਮਾਮੇ ਹੁਣਾਂ ਦੇ ਕਹਿਣ ਤੇ ਮੈਂ ਇੰਡੀਆ ਆਏ ਹੋਏ ਸੀਗੇ ਸਾਹਿਬ ਹੁਣੀ ਨਾ, ਤਾਂ ਮੈਂ ਪਿੰਡ ਚਲਿਆ ਗਿਆ, ਪਰ ਮੈਂ ਪਿੰਡ ਵੀ ਨਾਲ ਆਪਦੇ 2 ਬੰਦੇ ਲੈ ਕੇ ਗਿਆ। ਮੇਰਾ ਫਰੈਂਡ ਸੀ ਨਾਲ, ਮੈਂ ਕਿਹਾ ਨਾਲ ਚੱਲੋ, ਕਹਿੰਦੇ ਕੀ ਯਾਰ, ਮੈਂ ਕਿਹਾ ਮੈਂ ਨਹੀਂ ਜਾਣਾ, ਇਕੱਲੇ ਨੇ ਨਹੀਂ ਜਾਣਾ, ਤਾਂ ਤੁਸੀਂ ਮੇਰੇ ਨਾਲ ਉੱਠਣਾ ਨਹੀਂ। ਵੀ ਚਲੇ ਗਏ, ਸਿੱਧਾ ਘਰੇ ਚਲੇ ਗਏ, ਉੱਥੇ ਘਰੇ ਬਹਿ ਕੇ ਜਾ ਕੇ ਹਨਾ ਵੀ ਚੱਲ ਇੱਕ ਰਿਸਪੈਕਟ ਹੁੰਦੀ ਬੰਦਾ, ਪਰ ਜਿਹੜੇ ਉਹਨੇ ਨਹੀਂ ਕਰਾਉਣੀ, ਜਿਹੜੀ ਚਵਲ ਨੇ ਨਹੀਂ ਕਰਾਉਣੀ, ਉਹਨੇ ਨਹੀਂ ਕਰਾਉਣੀ ਰਿਸਪੈਕਟ ਨਾ। ਚਲੇ ਗਏ ਅਸੀਂ ਘਰੇ। ਹੁਣ ਘਰੇ ਬੈਠੇ ਹੋਏ ਆ ਹਾਲ 'ਚ, ਤੇ ਜਿਹੜੇ ਮੇਰੇ ਨਾਲ 2 ਜਣੇ ਗਏ ਸੀ, ਮੈਂ ਕਿਹਾ ਵੀ ਪਤੰਦਰ ਉਹ ਉੱਠ ਕੇ ਬਾਹਰ ਨਾ ਜਾ ਵੜਿਓ ਕਿਤੇ। ਹੁਣ ਜਾਂ ਮਤਲਬ ਭਕਾਈ ਵੱਧ ਸਾਰੇ ਮਾਰਦੇ ਹੁੰਦੇ ਨਾ, ਹੱਸੀ ਜਾਂਦੇ ਆ ਨਾ, ਹਾਸਾ ਨਹੀਂ ਰੁਕ ਰਿਹਾ ਵੀ ਅਸੀਂ ਕਿਉਂ ਮਿਲਣ ਆ ਗਏ ਨਾ। ਤੇ ਖੂਨ ਦੀ ਸਹੁੰ ਖਾਂਦਾ ਮੈਂ, ਸੱਚ ਦੱਸਣ ਲੱਗਾ। ਮੈਂ ਕਿਹਾ ਜੀ ਮੈਂ ਵਾਸ਼ਰੂਮ ਜਾਣਾ, ਤੇ ਕਹਿੰਦੇ ਵੀ ਆ ਸਾਹਮਣੇ ਬੈਡਰੂਮ ਆ, ਵਿੱਚ ਦੀ ਸਾਹਮਣੇ ਅਟੈਚ ਵਾਸ਼ਰੂਮ ਆ, ਤੂੰ ਜਾਇਆ। ਮੈਂ ਕਿਹਾ ਚੱਲ ਜਾਇਆ ਉਹਨੇ। ਜਦੋਂ ਮੈਂ ਅੰਦਰ ਗਿਆ ਨਾ ਬਈ, ਅੰਦਰ 6 ਫੁੱਟ ਦਾ ਇੱਕ ਕੋਈ ਮੁੰਡਾ ਬੈਠਾ, ਜਿਹਦੇ ਏਡੇ ਏਡੇ ਡੋਲੇ, ਪੂਰਾ ਫਿੱਟ, ਮੈਂ ਤਾਂ ਜਵਾਕ ਜਿਹਾ ਹੁੰਦਾ ਸੀ ਉਦੋਂ ਨਾ, ਪੂਰਾ ਫਿੱਟ ਬੰਦਾ ਅੰਦਰ ਬੈਠਾ। ਹੁਣ ਉਹਨੂੰ ਜਦੋਂ ਮੈਂ ਦੇਖਿਆ ਤਾਂ ਸਹੁੰ ਲੱਗੇ ਵੀ ਮੈਂ ਨਾ, ਮੇਰਾ ਨਾ ਮੈਨੂੰ ਹਾਸਾ ਆਵੇ ਨਾ ਰੋਣਾ ਆਵੇ, ਤੇ ਮੇਰਾ ਵਾਸ਼ਰੂਮ ਤਾਂ ਮੈਂ ਗਿਆ, ਪਰ ਮੈਂ ਕਿਹਾ ਮੈਂ ਨਿਕਲ ਚੱਲ ਇੱਥੋਂ, ਜੇ ਨਿਕਲ ਸਕਦਾ ਤਾਂ ਨਾ। ਤੇ ਤੁਸੀਂ ਰੱਖ ਲਓ ਕਿ ਬੰਦੇ ਨੇ ਸਪੈਸ਼ਲ ਆਪਦੇ ਲਈ ਇੱਕ ਸਪੈਸ਼ਲੀ ਬੰਦਾ ਹੀ ਅਰੇਂਜ ਕਰਕੇ ਰੱਖਿਆ ਹੋਇਆ। ਇਹ ਮੈਂ ਉਹਦੇ ਖੂਨ ਦੀ ਸਹੁੰ ਖਾ ਕੇ ਕਹਿ ਰਿਹਾ, ਝੂਠ ਨਹੀਂ ਹੈ। ਇਹੋ ਜਿਹੇ ਬੰਦੇ ਨਾਲ ਸਾਡਾ ਕੀ ਮੁਕਾਬਲਾ ਯਾਰ, ਇਹੋ ਜਿਹੇ ਬੰਦੇ ਨਾਲ ਕੀ ਲੜ ਗਏ ਅਸੀਂ ਹੈ? ਕਿਉਂ ਲੜਾਂ ਮੈਂ ਇਹੋ ਜਿਹੇ ਬੰਦੇ ਨੂੰ? ਕਿਉਂ ਮੈਂ ਮਤਲਬ ਅੱਜ ਹੀ ਆਇਆ, ਮੈਂ ਮੈਨੂੰ ਲੋੜ ਨਾ ਪਵੇ ਲਾਈਵ, ਕਿਉਂਕਿ ਮੈਂ ਹੁਣ ਤੁਹਾਨੂੰ ਰੀਅਲ ਸਟੋਰੀ ਤੇ ਆਉਣਾ ਵੀ ਮਿਰਚਾਂ ਲੜੀਆਂ ਕਿੱਥੋਂ ਨੇ, ਉਹ ਮੈਂ ਤੁਹਾਨੂੰ ਦੱਸਦਾ। ਮੇਰੇ ਚਾਚਾ ਜੀ ਨੇ ਸਰਦਾਰ ਇੰਦਰਜੀਤ ਸਿੰਘ ਫੁੱਲਾਂਵਾਲ ਤੋਂ ਕਬੱਡੀ ਪਲੇਅਰ ਨੇ ਪੁਰਾਣੇ, ਠੀਕ ਹੈ। ਜਦੋਂ ਬਾਰ-ਬਾਰ ਬੰਦਾ ਤੁਹਾਡੇ ਚਾਚੇ ਨੂੰ, ਤੁਹਾਡੇ ਮਤਲਬ ਚਾਚੇ ਨੂੰ ਕਹਤਾ, ਪਿਓ ਨੂੰ ਕਹਤਾ, ਜਾਂ ਕਿਸੇ ਨੂੰ ਕਹਤਾ, ਇੱਕ ਬਰਾਬਰ ਆ ਹਨਾ, ਬਾਰ-ਬਾਰ ਬੰਦਾ ਤੁਹਾਡੇ ਰਿਸ਼ਤੇਦਾਰ ਨੇ, ਤੁਹਾਡੇ ਆਪਦੇ ਚਾਚੇ ਤਾਏ ਨੇ, ਇਹਨਾਂ ਨੂੰ ਟਾਰਗੇਟ ਕਰੇ, ਤੇ ਤੁਹਾਡਾ ਨਾਲ ਖੜਨਾ ਬਣਦਾ ਕਿ ਨਹੀਂ ਬਣਦਾ? ਆ ਬੰਦਾ ਕਹਿੰਦਾ ਟੈਨਸ਼ਨ ਕੋਈ ਨਹੀਂ ਯਾਰ, ਆਹ ਤਾਂ ਪਤਾ ਕਾਰਨ ਕੀ ਹੁੰਦਾ, ਮੈਂ ਕਿਉਂ ਲਾਈਵ ਆਇਆ, ਕਿਉਂਕਿ ਕੁਛ ਕੁ ਲੋਕਾਂ ਨੂੰ ਇਹ ਲੱਗਦਾ ਹੁੰਦਾ ਯਾਰ ਵੀ ਇਹ ਪਤਾ ਨਹੀਂ ਕੀ ਚੱਕਰ ਆ। ਤੇ ਉਹਨਾਂ ਨੂੰ ਪਤਾ ਲੱਗਦਾ ਜੀ, ਉਹਨਾਂ ਦੇ ਕੋਲੇ 2 ਬੰਦੇ, ਇਹਨਾਂ ਨੇ ਮੈਂ ਸ਼ਾਰਟ 'ਚ ਸੁਣਾਉਂਦਾ, ਇੱਕ ਸਾਡੀ ਭੈਣ ਕੋਈ ਲੇਡੀ, ਇੱਕ ਕੋਈ ਬੰਦਾ ਲਾਈਵ ਬਿਠਾ ਕੇ ਤੇ ਸਿੱਧਾ ਹੀ ਚੱਕ ਕੇ ਠੋਕਤਾ ਕਿ ਭਾਈ ਵੀ ਇਸ ਬੰਦੇ ਨੇ, ਬੰਦਾ ਕਹਿ ਰਿਹਾ ਮੇਰੇ ਨਾਲ 5 ਕਰੋੜ ਦੀ ਠੱਗੀ ਵੱਜ ਗਈ, ਤੇ ਜਿਹੜੀ ਲੇਡੀ ਆ ਸਾਡੀ ਭੈਣ ਆ, ਉਹ ਕਹਿ ਰਹੀ ਆ ਕਿ ਮੇਰੇ ਨਾਲ 10 ਲੱਖ ਦੀ ਠੱਗੀ ਇੰਦਰਜੀਤ ਸਿੰਘ ਨੇ ਮਾਰ ਲਈ। ਕਮਨ ਬੇਬੀ ਜਿਹੜੀ ਹੈਗੀ ਆ, ਉਹ ਟਾਕ ਸ਼ੋ ਕਰ ਰਹੀ ਆ ਪੂਰੇ ਸਵਾਦ ਨਾਲ, ਉਹ ਸਵਾਦ ਲੈਂਦੀ ਆ ਲੋਕਾਂ ਦੇ ਬੈਡਰੂਮ ਫਰੋਲਣ ਦਾ, ਕਿਉਂਕਿ ਜਿਹਦੇ ਆਪਦੇ ਪੱਲੇ ਇੱਜ਼ਤ ਨਹੀਂ ਯਾਰ, ਜਿਹਦੇ ਪੱਲੇ ਆਪਦਾ ਪਰਿਵਾਰ ਨਹੀਂ, ਜਿਹਦੇ ਪੱਲੇ ਮਰਦਾਨਗੀ ਨਹੀਂ, ਮਰਦਾਨਗੀ ਦਾ ਮਤਲਬ ਗਲਤ ਨਹੀਂ ਹੁੰਦਾ, ਮਰਦਾਨਗੀ ਦਾ ਮਤਲਬ ਹੁੰਦਾ ਕਿ ਆਪਦੇ ਪਰਿਵਾਰ ਨੂੰ ਸਾਂਭਣ ਵਾਲਾ ਬੰਦਾ ਹੀ ਹੈ ਨਹੀਂ ਜਿਹੜਾ, ਉਹ ਤੁਸੀਂ ਉਹਦੇ ਮਤਲਬ ਟਾਕ ਸ਼ੋਅ ਤੇ ਜਾ ਕੇ ਆਪਦੇ ਘਰ ਕਿਉਂ ਉਜਾੜ ਰਹੇ ਹੋ ਤੁਸੀਂ? ਅੱਛਾ, ਉਹ ਬੰਦਾ ਕਹਿ ਰਿਹਾ ਮੇਰੇ ਨਾਲ ਠੱਗੀ ਵੱਜੀ, ਅਸੀਂ ਚਾਚੇ ਨੇ ਪੁੱਛਿਆ ਵੀ ਤੂੰ ਸਾਨੂੰ ਪ੍ਰੂਫ ਦੇ ਇਸ ਗੱਲ ਦਾ ਵੀ ਜੇ ਠੱਗੀ ਵੱਜੀ ਆ ਤਾਂ ਸਾਨੂੰ ਪ੍ਰੂਫ ਤਾਂ ਦਿਓ ਯਾਰ। ਬਿਨਾਂ ਪ੍ਰੂਫ ਤੋਂ ਕਿਸੇ ਵੀ ਬੰਦੇ ਨੂੰ ਤੂੰ ਆਪਦੇ ਟਾਕ ਸ਼ੋਅ ਤੇ ਬਿਠਾ ਕੇ ਕਿਸੇ ਨੂੰ ਬਦਨਾਮ ਕਰ ਦੇਗਾ। 4-5-10 ਦਿਨ ਤੂੰ ਇਹ ਟੌਪਿਕ ਚਲਾਏਗਾ ਬਲੈਕਮੇਲ ਕਰਕੇ, ਜੇ ਕਿਸੇ ਪਾਸੇ 4 ਪੈਸੇ ਆ ਗਏ ਠੀਕ ਹੈ, ਤੇ ਨਹੀਂ ਤਾਂ ਬਾਅਦ ਦੇ ਵਿੱਚ ਕਮ ਔਨ ਬੇਬੀ ਸ਼ੋਅ ਦੇਖ ਰਹੇ ਹੋ ਨਾ ਮੇਰਾ, ਤੇਰੀਆਂ ਚੀਕਾਂ ਪੈ ਰਹੀਆਂ ਹੋਣਗੀਆਂ, ਦੇਖ ਰਹੀਆਂ ਨਾ। ਸੌਰੀ, ਮੈਂ ਸਵਾਦ ਲੈ ਰਿਹਾ। ਆ ਤੇਰਾ ਸਾਰਾ ਸਟਾਫ ਦੇਖਦਾ ਉਹ ਬੈਠਾ ਮੈਨੂੰ, ਹੁਣ ਜੇ ਮੈਨੂੰ ਛੇੜੋਗੇ ਮੈਂ ਤਾਂ ਹੀ ਅੱਗ ਕੱਢੂੰਗਾ। ਚਲੋ ਵਾਪਸ ਉਹਨੂੰ ਮੈਂ ਪੁੱਛਦਾ ਰਹੂੰਗਾ ਵੀ ਜੇ ਕੋਈ ਨਾ ਸਮਝ ਆਈ ਤਾਂ ਮੈਸੇਜ ਕਰ ਲਈ ਇੱਥੇ ਬੇਬੀ ਥੱਲੇ, ਤੈਨੂੰ ਮੈਂ ਦੁਬਾਰਾ ਸਮਝਾ ਦੂੰਗਾ, ਤਸੱਲੀ ਨਾਲ ਸਮਝਾਉਂਗਾ। ਸੁਣੋ, ਇਹ ਬੰਦਾ ਟਾਕ ਸ਼ੋ ਕਰਦਾ, ਟਾਕ ਸ਼ੋ ਕਰਕੇ ਕਹਿੰਦਾ ਕਿ ਮੈਂ ਹੀ ਸੱਚਾ ਆ। ਮੇਰੀ ਗੱਲ ਸੁਣੋ, ਮੈਂ ਇਹ ਕਹਿ ਰਿਹਾ ਕਿ ਇਹ ਬੰਦੇ ਨਾਲ 5 ਕਰੋੜ ਦੀ ਠੱਗੀ ਵੱਜ ਗਈ, ਇਹਨਾਂ ਨਾਲ 10 ਲੱਖ ਦੀ। ਅਸੀਂ ਸਬੂਤ ਮੰਗਿਆ, ਸਾਨੂੰ ਸਬੂਤ ਦਿਓ। ਸਬੂਤ ਹੈ ਨਹੀਂ ਜੀ,
ਸਬੂਤ ਹੈ ਨਹੀਂ। ਮੈਂ ਕਹਿੰਦਾ ਕਿ ਵੱਜ ਗਈ ਤਾਂ ਵੱਜ ਗਈ, ਤੇ ਤੁਸੀਂ ਮੇਰੇ ਟਾਕ ਸ਼ੋਅ ਤੇ ਆਇਓ, ਤੂੰ ਡੀਸੀ ਲੱਗਾ, ਤੇਰੇ ਟਾਕ ਸ਼ੋਅ ਤੇ ਆਈਏ। ਤੇਰਾ ਸ਼ੋਅ ਸੁਣਦਾ ਕੌਣ ਆ ਬਈ? ਤੇਰੇ ਟਾਕ ਸ਼ੋਅ ਤੇ ਤੂੰ ਯਾਰ ਪ੍ਰਸ਼ਾਸਨ ਦੀ ਗੱਲ ਕਰ, ਤੂੰ ਕੋਈ ਅਥਾਰਟੀ ਥੋੜਾ ਆ। ਜੇ ਕਿਸੇ ਬੰਦੇ ਨਾਲ ਠੱਗੀ ਵੱਜੀ ਆ, ਉਹ ਇੱਥੇ ਪੰਜਾਬ ਦੇ ਵਿੱਚ ਮਾਣਯੋਗ ਅਦਾਲਤਾਂ ਨੇ, ਸਾਡਾ ਪ੍ਰਸ਼ਾਸਨ ਮਾਣਯੋਗ ਪੰਜਾਬ ਪੁਲਿਸ ਆ, ਤੁਸੀਂ ਉਹਨਾਂ ਨੂੰ ਮਿਲੋ, ਆ ਕੇ ਰਿਪੋਰਟ ਕਰੋ। ਪਤਾ ਬਾਅਦ ਚ ਇਹ ਲੱਗਦਾ ਕਿ ਜਿਹੜਾ ਬੰਦਾ ਕਹਿ ਰਿਹਾ ਮੇਰੇ ਨਾਲ 5 ਕਰੋੜ ਦੀ ਠੱਗੀ ਵੱਜੀ ਆ, ਉਸੇ ਬੰਦੇ ਦੇ ਉੱਪਰ ਬਲੈਕਮੇਲਿੰਗ ਦਾ ਪਰਚਾ ਹੋਇਆ ਪਿਆ। ਉਹ ਬਲੈਕਮੇਲਿੰਗ ਦਾ ਪਰਚਾ ਰਿਸਪੈਕਟਡ IPS ਅਫਸਰ ਨੇ ਕੀਤਾ। 8-7 ਮਹੀਨੇ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਪਰਚਾ ਹੋਇਆ ਹੋਇਆ ਉਸ ਬੰਦੇ ਤੇ। ਉਹਨੂੰ ਜਿਹੜੀ ਕੰਮ ਨੂੰ ਬੇਬੀ ਕਹਿ ਰਹੀ ਹੈ ਕਿ ਮੈਂ ਸਹੀ ਆ, ਉਹ ਮਤਲਬ ਪੁਲਿਸ ਨੂੰ ਵੀ ਚੈਲੰਜ ਕਰ ਰਹੇ ਯਾਰ ਤੂੰ। ਔਰ ਜਿਹੜੀ ਤੁਸੀਂ ਲੇਡੀ ਦੀ ਗੱਲ ਕਰ ਰਹੇ ਆ, ਉਹਦੀ ਜਿਹੜੀ ਜ਼ਮੀਨ ਪ੍ਰਾਪਰਟੀ ਆ ਉਹ ਕਿਸੇ ਹੋਰ ਨੇ ਖਰੀਦੀ, ਉਸ ਤੋਂ ਗਾਂ ਕਿਸੇ ਹੋਰ ਨੇ ਖਰੀਦੀ। ਸਾਡਾ ਤਾਂ ਵਿੱਚ ਲੈਣਾ ਦੇਣਾ ਵੀ ਨਹੀਂ। ਸਾਨੂੰ ਕੋਈ ਪੇਪਰ ਤਾਂ ਦਿਖਾਓ ਵੀ ਅਸੀਂ ਪ੍ਰਾਪਰਟੀ ਖਰੀਦੀ, ਉਹ ਚਾਚੇ ਨੇ ਖਰੀਦੀ, ਮਤਲਬ ਦਿਖਾਓ ਪੇਪਰ। ਹੁਣ ਜਦੋਂ ਅਸੀਂ ਜਾ ਕੇ ਮਾਣਯੋਗ ਅਦਾਲਤ ਦਾ ਦਰਵਾਜ਼ਾ ਖੜਕਾਇਆ, ਜਾ ਕੇ ਅਸੀਂ ਉਹਨਾਂ ਨੂੰ ਰਿਪੋਰਟ ਕੀਤੀ, ਕਿਉਂਕਿ ਇਹ ਬੰਦਾ ਜਦੋਂ ਅਸੀਂ ਰਿਪੋਰਟ ਕੀਤੀ ਫਿਰ ਗੁੱਸਾ ਆਇਆ। ਫਿਰ ਇਹ ਕਹਿੰਦਾ ਵੀ ਇਹ ਡਰੱਗ ਵੇਚਦੇ ਆ, ਇਹ ਕੈਨੇਡਾ ਤੋਂ ਭੱਜੇ ਹੋਏ ਆ। ਉਹ ਭਰਾਵਾ 74 ਤਾਂ ਸਾਡਾ ਟੱਬਰ ਬੈਠਾ, ਚਾਚੇ ਹੁਣੀ ਵੀ ਸਾਰੇ 20 ਸਾਲ ਤੋਂ ਉੱਥੇ ਕਬੱਡੀ ਖੇਡਦੇ ਉੱਥੇ ਰਹੇ ਆ। 2-3 ਸਾਲ ਪਹਿਲਾਂ ਚਾਚੇ ਨੇ ਆਪਦੀ PR ਸਰੈਂਡਰ ਕੀਤੀ ਆ, ਕਿਉਂਕਿ ਰੂਲਸ ਰੈਗੂਲੇਸ਼ਨ ਨੂੰ ਫੋਲੋ ਕਰਦੇ। ਪਰ ਚਾਚੇ ਦੇ ਬੱਚੇ ਜਿਹੜੇ ਦੋਨੋਂ ਨੇ ਉਹ ਬਾਹਰ ਦੇ ਸਿਟੀਜ਼ਨ ਨੇ, ਕੈਨੇਡਾ ਦੇ, ਉਹ ਵੀ ਅਸੀਂ ਇੰਡੀਆ ਪੜਨ ਲਾਏ ਹੋਏ ਆ। ਸਬੂਤ ਨਾ ਹੋਣ ਕਰਕੇ ਜਦੋਂ ਅਸੀਂ ਕੋਰਟ ਦਾ ਦਰਵਾਜ਼ਾ ਖੜਕਾਇਆ, ਹਿੱਲ ਗਿਆ। ਹਾਂ, ਭੇਡਾਂ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਵੀ ਉਹਨਾਂ ਚੋਂ ਇੱਕ ਆ। ਯੈਸ। ਤੇ ਉਹਨੂੰ ਹੁਣ ਪੁੱਛਿਓ ਮੇਰੇ ਵਾਲਿਓ ਜਾ ਕੇ ਵੀਰੇ, ਉਹਨੂੰ ਪੁੱਛਣਾ ਜਾ ਕੇ। ਮੈਂ ਤੁਹਾਨੂੰ 2-4 ਗੱਲਾਂ ਹੋਰ ਵੀ ਦੱਸੂਗਾ। ਇਹ ਇਕੱਲਾ ਮੁੱਦਾ ਸਾਡਾ ਨਹੀਂ ਰਹਿ ਗਿਆ, ਇਹ ਤੁਹਾਡਾ ਵੀ ਵਿੱਚ ਆਇਆ ਨਾ। ਮੈਂ ਤੁਹਾਨੂੰ ਦੱਸਦਾ ਕਿਵੇਂ ਆ। ਅਸੀਂ ਤਾਂ ਨਿਬੜ ਲਾਂਗੇ ਬਾਈ। ਅਸੀਂ ਤਾਂ ਹੁਣ ਆਪਾਂ ਤਾਂ ਜੇ ਸਾਨੂੰ ਕੋਈ ਛੇੜੂਗਾ, ਅਸੀਂ ਤਾਂ ਕਾਨੂੰਨੀ ਲੜਾਈ ਲੜਾਂਗੇ। ਅਸੀਂ ਕਾਨੂੰਨ ਰਾਹੀਂ ਆ ਰਹੇ ਹਾਂ। ਫਿਰ ਇਹ ਕਹਿੰਦਾ ਵੀ ਕੈਨੇਡਾ ਤੋਂ ਭੱਜ ਕੇ। ਉਹ ਭਰਾਵਾ ਹਰ ਸਾਲ ਤਾਂ ਕੈਨੇਡਾ ਹੁੰਨੇ ਆ ਤਾਂ ਕਰੋਨਾ ਕਰਕੇ ਨਹੀਂ ਜਾ ਹੋਇਆ। ਕੌਣ ਕਹਿੰਦਾ ਇੰਦਰਜੀਤ ਸਿੰਘ ਕੈਨੇਡਾ ਤੋਂ ਚਲਾ ਗਿਆ? ਹੁਣ ਤੂੰ ਪ੍ਰੂਫਾਂ ਦੇ ਨਾਲ ਗੱਲ ਕਰ। ਫਿਰ ਜਦੋਂ ਮਾਣਯੋਗ ਅਦਾਲਤ ਨਾਲ ਗੱਲ ਕੀਤੀ, ਉਹਨਾਂ ਨੇ ਆਹ ਆਰਡਰ ਜਾਰੀ ਕੀਤੇ ਨੇ, ਅਦਾਲਤ ਨੇ, ਜੱਜ ਸਾਹਿਬ ਨੇ। ਆ ਮੇਰੇ ਕੋਲੇ ਪਏ ਨੇ, ਕਿਸੇ ਨੂੰ ਚਾਹੀਦੇ ਹੋਏ ਮੈਂ ਭੇਜੂਗਾ, PDF ਮੰਗਵਾ ਲਿਓ। ਜਿੰਨੇ ਵੀ ਬਾਹਰਲੇ ਸਾਡੇ ਭਰਾ ਨੇ ਮੈਂ ਭੇਜ ਦੂੰਗਾ। ਮਾਣਯੋਗ ਅਦਾਲਤ ਨੇ ਇਹ ਫੈਸਲਾ ਦਿੱਤਾ ਕਿ ਜਿਹੜੇ ਤੂੰ ਪ੍ਰੋਗਰਾਮ ਨਾ ਬਿਨਾਂ ਸਬੂਤਾਂ ਤੋਂ ਕਰ ਰਿਹਾ, ਇਹਨੂੰ ਡਿਲੀਟ ਕਰ। ਔਰ ਉਹ ਬੰਦਾ ਡਿਲੀਟ ਨਹੀਂ ਕਰ ਰਿਹਾ, ਕਿਉਂਕਿ ਇੱਕ ਆਕੜ ਆ ਉਹਦੇ ਅੰਦਰ। ਹੁਣ ਜਿਹੜੀ ਉਹ ਬੇਇੱਜ਼ਤੀ ਤੋਂ ਡਰਦਾ, ਇਹ ਕੋਰਟ ਦੇ ਨੇ। ਤੇ ਜਿਹੜੇ ਦੂਸਰੇ ਬੰਦਿਆਂ ਦੇ ਸਬੂਤ ਆ, ਜਿਹੜਾ ਬੰਦਾ ਕਹਿੰਦਾ 5 ਕਰੋੜ ਦੀ ਠੱਗੀ, ਉਹਦੀ ਜ਼ਮੀਨ ਹੀ ਹੈ ਨਹੀਂ ਸਾਡੀ ਕਲੋਨੀ 'ਚ, ਉਹਦੇ ਵੀ ਪੇਪਰ ਕਿਸੇ ਨੂੰ ਚਾਹੀਦੇ ਹੋਏ। ਅਸੀਂ ਪ੍ਰੈਸ ਕਾਨਫਰੰਸ ਕਰਤੀ 2-4 ਦਿਨ ਪਹਿਲਾਂ। ਅਸੀਂ ਇਸ ਤੋਂ ਬਿਨਾਂ ਚਾਚਾ ਜੀ ਹੁਣੀ ਤੇ ਜਿਹੜੇ ਹੋਰ ਸਾਡੇ ਕੁਝ ਮੋਹਤਵਰ ਸੱਜਣ ਸੀ, ਅਸੀਂ DG ਸਾਹਿਬ ਨੂੰ ਬੇਨਤੀ ਕੀਤੀ, ਮਾਣਯੋਗ DG ਸਾਹਿਬ, ਤੇ ਉਹਨਾਂ ਨੂੰ ਮਿਲੇ। ਉਹਨਾਂ ਨੇ ਬਹੁਤ ਵਧੀਆ ਰਿਸਪੌਂਸ ਦਿੱਤਾ, ਕਿਉਂਕਿ ਅਸੀਂ ਉਹਨਾਂ ਨੂੰ ਕੱਲਾ ਆਪ ਦਾ ਮੁੱਦਾ ਨਹੀਂ ਦਿਖਾਇਆ ਸੀ। ਉਹਨਾਂ ਨੇ ਕਿਹਾ ਕਿ ਇਹ ਬੰਦਾ ਸ਼ਰੇਆਮ ਬੈਠਾ, ਕਿਉਂਕਿ ਜਿਹੜੇ ਚਾਚੇ ਦੇ ਜਵਾਕ ਆ, ਮੰਨ ਲਓ ਇਹ ਬੰਦੇ ਨੇ ਤਾਂ ਆਪਦਾ ਟਾਕ ਸ਼ੋਅ ਕੀਤਾ 2-4 ਦਿਨ, ਆਪਦੇ ਜਿਹੜੇ 4 ਪੈਸੇ ਜਦੋਂ ਛੱਲੜਾਉਣੇ ਸੀ ਆ ਗਏ। ਬਾਅਦ ਚ ਚਲੋ ਜੀ ਫੈਸਲਾ ਕਿਸੇ ਦਾ ਕੀ ਕਰਾਉਣਾ, ਗਾਂਹ ਚਲਿਆ ਗਿਆ। ਪਰ ਜਿਹੜੇ ਸਾਡੇ ਬੱਚੇ ਆ, ਬੱਚਿਆਂ ਨੂੰ ਤੂੰ ਡਿਪਰੈਸ ਕਰਤਾ। ਜਿਹੜਾ ਛੋਟਾ ਬੱਚਾ ਆ, ਉਹ ਕਹਿੰਦਾ ਡੈਡ ਆਮ ਨਾਟ ਗੋਇੰਗ ਆਊਟ ਆਫ ਹਾਊਸ। ਵਾਈ? ਕਿਉਂਕਿ ਉਹਦੇ ਦਿਮਾਗ 'ਚ ਇੱਕ ਕੰਪਲੈਕਸ ਬੈਠ ਗਿਆ ਕਿ ਮੇਰਾ ਜਿਹੜਾ ਫਾਦਰ ਆ ਉਹ ਗਲਤ ਆ। ਬਿਨਾਂ ਪ੍ਰੂਫ ਤੋਂ ਕੀਤਾ ਤਾਂ ਅਸੀਂ ਉਹਦੇ ਵੱਲੋਂ ਵੀ ਕੈਨੇਡੀਅਨ ਪੁਲਿਸ ਕੋਲ ਸ਼ਿਕਾਇਤ ਕੀਤੀ ਆ, ਤੇ ਅੱਗੇ ਵੀ ਕਰਾਂਗੇ, ਲੜਾਈ ਲੜਾਂਗੇ। ਕੱਲਾ ਇੰਡੀਆ 'ਚ ਨਹੀਂ, ਕੈਨੇਡਾ ਦੇ ਵਿੱਚ ਵੀ ਲੜਾਈ ਲੜਾਂਗੇ, ਕਿਉਂਕਿ ਤੂੰ ਖੇਡ ਬਣਾਈ ਹੋਈ ਆ ਲੋਕਾਂ ਦੀ ਇੱਜ਼ਤ। ਜਦੋਂ ਅਸੀਂ ਉਹਨੂੰ ਪ੍ਰੈਸ ਕਾਨਫਰੰਸ ਕਰਤੀ, ਫਿਰ ਚੀਕਾਂ ਪੈ ਗਈਆਂ। ਉਹ ਚੀਕਾਂ ਤੋਂ ਬਾਅਦ ਮੇਰੇ ਤੇ ਆ ਗਿਆ ਕਿ ਇਹ ਤਾਂ ਮੇਰੀਆਂ ਜਰਾਬਾਂ ਚੱਕਦਾ ਸੀ। ਉਹ ਯਾਰ ਤੂੰ ਬੰਦਾ ਹੀ ਨਹੀਂ ਹੈ। ਮੇਰੇ ਕੱਛੇ ਧੋਂਦਾ ਸੀ। ਕੱਛੇ ਬੰਦੇ ਪਾਉਂਦੇ ਹੁੰਦੇ ਆ ਯਾਰ, ਬੰਦੇ ਕੱਛੇ ਪਾਉਂਦੇ ਹੁੰਦੇ ਆ। ਤੂੰ ਸ਼ੋਰ ਆ? ਜੇ ਤੂੰ ਸਾੜੀ ਪਾਉਣਾ ਜਾਂ ਕੁਝ ਹੋਰ ਪਾਉਣਾ ਤਾਂ ਐਨੀਵੇ ਸੌਰੀ। ਮੈਂ ਭੁੱਲ ਜਾਂਦਾ। ਹਾਂ, ਸਾਨੂੰ ਪੁਲਿਸ ਨੇ ਵਿਸ਼ਵਾਸ ਦਵਾਇਆ ਕਿ ਇਨਸਾਫ ਹੋਊਗਾ। ਅਸੀਂ ਜੋ ਕਰ ਰਹੇ ਹਾਂ ਨਾ, ਹੁਣ ਮੈਂ ਫੇਰ ਅਗਲੀ ਗੱਲ ਤੇ ਆਉਣਾ।
ਮੈਂ ਜਦੋਂ ਕੈਨੇਡਾ ਸੀ ਤਾਂ ਉੱਥੇ ਇੱਕ ਮੈਂ ਵੀਡੀਓ ਵੀ ਪਾਈ ਸੀ, ਸਟੂਡੈਂਟ ਸੀ ਮੇਰੇ ਨਾਲ ਸਾਰੇ। ਮੈਂ ਬਹੁਤ ਖੁਸ਼ ਹਾਂ ਸਾਡੇ ਸਟੂਡੈਂਟ ਭਰਾ ਕੈਨੇਡਾ ਨੇ, ਆਸਟ੍ਰੇਲੀਆ ਨੇ, ਨਿਊਜ਼ੀਲੈਂਡ ਨੇ, ਅਮਰੀਕਾ ਨੇ। ਮੈਂ ਇਹਨਾਂ ਕੰਟਰੀਆਂ ਦਾ ਥੈਂਕ ਯੂ ਕਰਦਾ ਕਿਉਂਕਿ ਉਹਨਾਂ ਨੇ ਪਿਛਲੇ ਆਪਦੇ ਮਾਪੇ ਸਾਂਭ ਲਏ। ਜਦੋਂ ਬੱਚੇ ਬਾਹਰ ਜਾਂਦੇ ਆ ਜਾ ਕੇ ਕੰਮ ਕਰਦੇ, ਜ਼ੀਰੋ ਤੋਂ ਸਟਾਰਟ ਕਰਦੇ ਆ, ਠੀਕ ਹੈ। ਜਦੋਂ ਬਾਹਰ ਜਾ ਕੇ ਕੰਮ ਕਰਦੇ ਆ ਤੇ ਤੁਸੀਂ ਹੁਣ ਮੈਨੂੰ ਸਪੋਰਟ ਕਰਨੀ ਨਾ ਕਰਨੀ ਹੈ ਤੁਹਾਡੀ ਮਰਜ਼ੀ ਆ, ਪਰ ਮੈਂ ਗੱਲ ਜੋ ਕਰ ਰਿਹਾ ਨਾ ਵੀਰੇ, ਮੈਂ ਇੱਥੋਂ ਕਰਦਾ ਹੁੰਦਾ ਗੱਲ। ਮੇਰੇ ਗਿਣਤੀ ਦੇ ਲਾਈਵ ਆਏ ਹੋਣਗੇ ਅੱਜ, ਠੀਕ ਹੈ। ਹੁਣ ਮੈਂ ਤੁਹਾਨੂੰ ਦੱਸਦਾ, ਸਾਡੇ ਸਾਹਮਣੇ ਘਰੇ ਮੁੰਡਾ ਇੱਕ ਗੁਰਜੀਤ ਰਹਿੰਦਾ ਪਿੰਡ। ਗੁਰਜੀਤ ਕਹਿੰਦਾ ਵੀਰੇ ਮੈਂ ਕੈਨੇਡਾ ਜਾਣਾ। ਮੈਂ ਕਿਹਾ ਕਿਉਂ ਜਾਣਾ? ਕਹਿੰਦਾ ਵੀਰੇ 2 ਕਿੱਲੇ ਜ਼ਮੀਨ ਦੇ ਆ। ਸੌਰੀ ਗੁਰਜੀਤ ਮੈਂ ਤੇਰੀ ਗੱਲ ਕਰ ਲੱਗਾ, ਪਰ ਮੈਂ ਤੇਰੀ ਨਾ ਗੱਲ ਨੂੰ ਐਪਰੀਸ਼ੀਏਟ ਕਰਦਾ, ਤੈਨੂੰ ਮੈਂ ਪਿਆਰ ਕਰਦਾ। ਗੁਰਜੀਤ ਕਹਿੰਦਾ ਵੀਰੇ ਕੈਨੇਡਾ ਮੈਂ ਤਾਂ ਜਾਣਾ ਵੀ ਮੇਰੇ ਕੋਲੇ ਹੈਗੇ 2 ਕਿੱਲੇ ਜ਼ਮੀਨ ਦੇ, ਤੇ ਭੈਣ ਵਿਆਹੁਣ ਵਾਲੀ ਆ। ਚਲੋ ਉਹ ਸਾਡੀ ਭੈਣ ਦਾ ਬਹੁਤ ਵਧੀਆ ਸਾਡਾ ਰਿਸ਼ਤਾ ਹੋ ਗਿਆ, ਮੈਂ ਹੈਪੀ ਆ। ਪਰ ਕਹਿੰਦਾ ਯਾਰ ਮੇਰੇ ਤੇ ਜ਼ਿੰਮੇਵਾਰੀ ਇੰਨੀ ਆ ਵੀ ਬਾਪੂ ਹੁਣੀ ਬੁੜੇ ਹੋ ਗਏ ਤੇ ਕੱਲ ਨੂੰ ਮੈਂ ਤੁਹਾਨੂੰ ਗੱਲ ਸੁਣਾਉਣਾ। ਕਹਿੰਦਾ ਕੱਲ ਨੂੰ ਮੇਰੀ ਇਹ ਜ਼ਮੀਨ ਵਿਕ ਜਾਣੀ ਆ ਤੇ ਬੈਟਰ ਜਿਹਨੂੰ ਵੇਚ ਕੇ ਮੈਂ ਬਾਹਰ ਜਾਵਣਾ ਤੇ ਮੈਂ ਆ ਕੇ ਉਸ ਤੋਂ ਜ਼ਿਆਦੇ ਪੈਸੇ ਕਮਾ ਕੇ ਆਪਦਾ ਪੇਰੈਂਟਸ ਵੀ ਸਾਂਭ ਲੂੰਗਾ। ਮੈਂ ਗੱਲ ਕਿਉਂ ਕਰ ਰਿਹਾ, ਇਹ ਸੱਚਾਈ ਆ। ਜਿੰਨੇ ਸਾਡੇ ਸਟੂਡੈਂਟ ਬਾਹਰ ਜਾਂਦੇ ਨੇ, ਕਿਸੇ ਦੇ ਜਿਹੜੇ ਹੈਗੇ ਨੇ ਦੂਸਰੇ ਆਪਣੇ ਜਿਹੜੇ ਫਾਦਰ ਆ, ਉਹ ਆਪਦਾ ਟਰੈਕਟਰ ਵੇਚਦਾ ਆਪਦੇ ਬੱਚੇ ਨੂੰ ਕੈਨੇਡਾ ਭੇਜਣ ਲਈ। ਕਿਸੇ ਦੇ ਪੇਰੈਂਟਸ ਜ਼ਮੀਨ ਵੇਚਦੇ ਆ, ਕਿਸੇ ਦੇ ਆ ਮਾਵਾਂ ਗਹਿਣੇ ਵੇਚਦੀਆਂ ਨੇ, ਸਮਝਦੇ ਨਾ ਬਾਈ, ਉਹ ਬਾਹਰ ਜਾ ਵੜਦੇ ਆ। ਮੈਂ ਬਹੁਤ ਖੁਸ਼ ਹਾਂ ਤੁਸੀਂ ਪੰਜਾਬ ਸਾਂਭ ਲਿਆ, ਨਹੀਂ ਸਾਡੇ ਪੰਜਾਬ ਦਾ ਹਾਲ ਵੀ ਬਿਹਾਰ ਵਾਲਾ ਹੋਣਾ ਸੀਗਾ। ਤੁਸੀਂ ਸਟੂਡੈਂਟ ਹੋ ਨਾ, ਤੁਸੀਂ ਫਿਊਚਰ ਹੋ। ਜਿਹੜਾ ਬੰਦਾ ਆਪਦੇ ਮਾਪਿਓ ਸਾਂਭਦਾ, ਆਪਦਾ ਪਰਿਵਾਰ ਸਾਂਭਦਾ, ਉਹ ਅਸਲੀ ਮਰਦ ਆ। ਤੁਸੀਂ ਮਰਦ ਹੋ, ਠੀਕ ਹੈ। ਹੁਣ ਜਦੋਂ ਸਾਡੀਆਂ ਕੁੜੀਆਂ ਜਾਂ ਮੁੰਡੇ ਬਾਹਰ ਜਾਂਦੇ ਆ, ਇਹ ਬੰਦਾ ਜਦੋਂ ਕਿਸੇ ਦੀ ਕੋਈ ਲੜਾਈ ਹੋ ਜਾਂਦੀ ਹੈ, ਬੱਚੇ ਗਲਤ ਅਕਸਰ ਹੋ ਜਾਂਦੇ ਆ, ਉਮਰ ਐਸੀ ਆ ਵੀ ਸਾਰਾ ਕੁਝ ਲਾਈਫ ਦੇ ਵਿੱਚ ਇੱਕ ਪਾਰਟ ਆਫ ਲਾਈਫ ਆ ਹੁੰਦਾ। ਇਹ ਉਹ ਤੁਹਾਨੂੰ ਬੱਚਿਆਂ ਨੂੰ ਵੀ ਕਹਿੰਦਾ ਜਿਹੜੇ ਛੋਟੀ ਉਮਰ ਦੇ ਨੇ, ਇਹ ਉਹਨਾਂ ਨੂੰ ਵਰਗਲਾ ਕੇ ਸਾਡੀਆਂ ਕੁੜੀਆਂ ਨੂੰ ਨਾ ਰੇਡੀਓ ਤੇ ਲੈ ਆਉਂਦਾ। ਰੇਡੀਓ ਤੇ ਲਿਆ ਕੇ ਆਪ ਉਹਨਾਂ ਨੂੰ ਟ੍ਰੇਨ ਕਰਦਾ। ਇੱਕ ਉਹਨਾਂ ਨੂੰ ਨਹੀਂ ਪਤਾ ਕਿ ਕਿੱਦਾਂ ਉਹਨਾਂ ਨੇ ਰੇਡੀਓ ਤੇ ਜਾ ਕੇ ਬੋਲਣਾ, ਕਿਉਂਕਿ ਜਿਹੜੇ ਬੰਦੇ ਕੋਲ ਐਕਸਪੀਰੀਅੰਸ ਹੈ ਨਹੀਂ, ਉਹ ਨਹੀਂ ਬੋਲ ਸਕਦਾ। ਆਪ ਉਹਨਾਂ ਨੂੰ ਸਿਖਾਉਂਦਾ ਵੀ ਤੂੰ ਇਦਾਂ ਕਹਿਣਾ। ਫਿਰ ਉਹ ਗਾਂ ਵਾਲਾ ਜਿਹੜਾ ਜਦੋਂ ਦੂਸਰਾ ਬੱਚਾ ਉਹਨੂੰ ਗੁੱਸਾ ਆਉਂਦਾ, ਉਹ ਗਾਂ ਹੋਰ ਆਨਸਰ ਕਰਦਾ। ਫਿਰ ਉਹਨਾਂ ਨੂੰ ਰੇਡੀਓ ਤੇ ਲੈ ਕੇ ਉਹਨਾਂ ਦਾ ਉਹ ਬੈਡਰੂਮ ਫਰੋਲਦਾ। ਇਹ ਬੰਦਾ ਨਹੀਂ ਕੰਮ ਔਨ ਬੇਬੀ, ਉਹ ਕੁਛ ਕਰਦੀ ਆ ਜਿਹੜਾ ਯਾਰ ਸੋਚ ਤੋਂ ਪਰੇ ਹੁੰਦਾ। ਯਾਰ ਤੁਸੀਂ ਭੋਲਿਓ, ਜੇ ਬੰਦੇ ਨੇ ਫੈਸਲਾ ਕਰਾਉਣਾ ਹੋਵੇ ਤਾਂ ਉਹਨਾਂ ਨੂੰ ਆਪਦੇ ਘਰੇ ਸੱਦ ਕੇ ਦੋਨਾਂ ਧਿਰਾਂ ਨੂੰ ਬਿਠਾ ਕੇ ਚੰਗਾ ਕਾਰਜ ਕਰਨ ਤੋਂ ਬਾਅਦ ਖੁਸ਼ੀ ਉਹਨਾਂ ਨੂੰ ਪ੍ਰੋਗਰਾਮ ਤੇ ਬਿਠਾ ਕੇ ਦਿਖਾਵੇ ਕਿ ਦੇਖੋ ਆ ਮੈਂ ਕਰਤਾ, ਦਿਸ ਇਜ਼ ਵਾਟ ਆਈ ਡਿਡ। ਫਿਰ ਤੈਨੂੰ ਐਪਰੀਸ਼ੀਏਸ਼ਨ ਮਿਲੂ। ਪਰ ਉਹਨੂੰ ਲਾਲਚ ਪਿਆ ਸਿਰਫ ਪੈਸੇ ਦਾ, ਕਿਉਂਕਿ ਜਦੋਂ ਉਹ ਇਹੋ ਜਿਹੀਆਂ ਕੰਟਰੋਵਰਸੀਆਂ ਥਿੰਗਸ ਕਰਦਾ, ਤੁਹਾਡੀ ਤਾਂ ਜ਼ਿੰਦਗੀ ਬਰਬਾਦ ਕਰ ਦਿੰਦਾ। ਤੁਸੀਂ ਤਾਂ ਇੱਕ ਵਾਰੀ ਉਹਦੇ ਮਤਲਬ ਪ੍ਰੋਗਰਾਮ ਤੇ ਆ ਗਏ ਤਾਂ ਤੁਸੀਂ ਸਾਰੀ ਉਮਰ ਲਈ ਬਦਨਾਮ ਹੋ ਗਏ। ਆਪ ਇਹਨੂੰ YouTube ਤੇ ਦਾ ਚੈਨਲ ਮੈਨੋਟਾਈਜ਼ ਹੋਇਆ, 4 ਛਿੱਲੜ ਉਹਦੇ ਤੋਂ ਆ ਜਾਣਗੇ, ਠੀਕ ਹੈ, 4 ਪੈਸੇ ਆ ਜਾਣਗੇ, ਉਹ ਤੋਂ ਰੋਟੀ ਚੱਲੀ ਜਾਊਗੀ, ਲੋਕ ਦੇਰ ਤੱਕ ਖਬਰਾਂ ਸੁਣੀ ਜਾਣਗੇ। ਉਹ ਇਹਨੇ ਆਪਦਾ ਚੁੱਲ੍ਹਾ ਚੱਲਦਾ ਕਰ ਲਿਆ, ਪਰ ਤੁਹਾਡਾ ਜਿਹੜਾ ਪਰਿਵਾਰ ਆ ਨਾ ਉਜਾੜ ਕੇ ਧਰਤਾ ਤੁਹਾਨੂੰ ਸਾਰੀ ਉਮਰ ਲਈ। ਤੁਹਾਡੇ ਬੱਚਿਆਂ ਮੂਹਰੇ ਫਿਰ ਉਹਦੇ ਬੱਚੇ ਗਲਤ ਪਾਸੇ ਤੁਰੇ ਜਾਂਦੇ ਆ। ਕਿੰਨੀ ਵਾਰੀ ਇਹਦੀਆਂ ਕਲਿੱਪਾਂ ਬੰਦੇ ਦੀਆਂ ਵਾਇਰਲ ਹੋਈਆਂ ਨੇ, ਸੁਣ ਰਹੀਆਂ ਬੇਬੀ ਹੈ। ਤੈਨੂੰ ਕਿਹਾ ਸੀ ਨਾ ਛੇੜ, ਮੈਂ ਸੱਚ ਬੋਲ ਰਿਹਾ। ਤੇ ਇੱਕ ਗੱਲ ਇਹ ਵੀ ਆ ਵੀਰ, ਜੇ ਕੋਈ ਹੋਵੇ, ਮੈਨੂੰ ਹੁੰਦਾ ਵੀ ਪਾਵਰ ਦਾ ਨਸ਼ਾ ਤੈਨੂੰ ਹੋਊਗਾ, ਪਰ ਮੈਂ ਕਾਨੂੰਨ ਤੇ ਔਰ ਪ੍ਰਸ਼ਾਸਨ ਤੇ ਵਿਸ਼ਵਾਸ ਕਰਦਾ, ਤੇ ਮੈਂ ਫਿਰ ਆਪਦੀ ਪੰਜਾਬ ਦੀ ਜਨਤਾ ਤੇ ਵੀ ਵਿਸ਼ਵਾਸ ਕਰਦਾ, ਠੀਕ ਹੈ ਨਾ। ਬੈਡਰੂਮ ਫਰੋਲ ਦਿੰਦਾ ਬੰਦਾ ਯਾਰ ਘਰ ਦੇ, ਐਂ ਕਹਿ ਦਿੰਦਾ ਕਿ ਉਹਨੇ ਤੁਹਾਨੂੰ ਕਿਵੇਂ ਟੱਚ ਕੀਤਾ, ਉਹਨੇ ਤੁਹਾਨੂੰ ਐਂ ਕਿਵੇਂ ਕੀਤਾ। ਤੇਰੀ 55 ਸਾਲ ਦੀ ਉਮਰ ਆ, ਤੈਨੂੰ ਸ਼ਰਮ ਨਹੀਂ ਆਉਂਦੀ ਯਾਰ? ਸ਼ਰਮ ਕਰ ਯਾਰ। ਕਿੰਨਾ ਚਿਰ ਅਸੀਂ ਤੂੰ ਸਾਡੀ ਕਮਿਊਨਿਟੀ ਨੂੰ ਬਦਨਾਮ ਕਰ ਰਹੇ ਆ ਬਾਹਰ। ਜਦੋਂ ਕਿਸੇ ਦੇ ਘਰੇ ਕੋਈ ਪ੍ਰੋਬਲਮ ਹੋਵੇ ਨਾ, ਬੰਦਾ ਪਰਦਾ ਪਾਉਂਦਾ ਹੁੰਦਾ। ਅਸੀਂ ਆਪਦੇ ਜਿਹੜੀਆਂ ਕਮਜ਼ੋਰੀਆਂ ਨੇ ਨਾ ਆਪਦੀ ਕੌਮ ਦੀਆਂ, ਜਾਂ ਸਾਡੇ 'ਚ ਕੋਈ ਗਲਤੀ ਹੋਈ ਸੀ, ਉਸ ਤੇ ਪਰਦਾ ਪਾਉਂਦੇ। ਸਮਾਂ ਹੋਣ ਤੋਂ ਬਾਅਦ ਜਿਹੜਾ ਜ਼ਖਮ ਹੁੰਦਾ ਨਾ, ਉੱਤੇ ਮਲਮ ਲਾਈ ਜਾਂਦੀ, ਸਮਾਂ ਹੋਣ ਤੋਂ ਬਾਅਦ ਠੀਕ ਹੋ ਜਾਂਦਾ। ਜੇ ਕੋਈ ਜਵਾਕ ਗਲਤ ਆ ਜਾਂ ਕੋਈ ਗਲਤੀ ਹੋ ਗਈ, ਜ਼ਖਮ ਉੱਤੇ ਮਲਮ ਲਾ, ਉਹ ਠੀਕ ਹੋ ਜਾਊਗੀ। ਠੀਕ ਹੋਣ ਤੋਂ ਬਾਅਦ ਕਿਸੇ ਦਿਨ ਉਹ ਵੀ ਜਿਹੜਾ ਇੱਕ ਨੋਰਮਲ ਬੋਡੀ ਪਾਰਟ ਵਾਂਗੂ ਦਿਖਣ, ਮਤਲਬ ਫਰੈਸ਼ ਦਿਖੂ। ਪਰ ਤੂੰ ਤਾਂ ਯਾਰ ਗੰਦਗੀ ਆ ਯਾਰ। ਤੂੰ
ਅੱਛਾ ਤੂੰ ਕੁੱਟ ਦੀ, ਤੂੰ ਕਹਿੰਦਾ ਕੋਈ ਮੇਰੀ ਵੀਡੀਓ ਭੇਜਣੀ ਆ, ਫੇਰ ਤੈਨੂੰ ਉਹੀ ਗੱਲ ਕਹਿਣਾ ਵੀਰ, ਰੱਬ ਨੇ ਬਚਾ ਕੇ ਰੱਖਿਆ ਹੋਇਆ, ਅੱਜ ਤੱਕ ਕਦੇ ਉਂਗਲ ਨਹੀਂ ਲੱਗੀ, ਨਾ ਹੀ ਮਾਲਕ ਲਵਾਵੇ, ਠੀਕ ਹੈ ਜੀ। ਔਰ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਭਰਾ ਜੇ ਕਿਸੇ ਨੇ ਉਂਗਲ ਲਾਉਣ ਨਾਲ ਤਾਂ ਮੈਨੂੰ ਮਾਰ ਦਿਓ, ਕਿਉਂਕਿ ਮੈਂ ਉਹ ਇਨਸਾਨ ਆ, ਮੈਂ ਉਂਗਲ ਨਹੀਂ ਲਵਾ ਸਕਦਾ। ਮੈਂ ਬਾਕੀ ਹੋ ਸਕਦਾ ਇਨ ਫਿਊਚਰ ਜੇ ਤੂੰ ਕੋਈ ਐਸੀ ਘਟਨਾ ਕਰਵਾ ਵੀ ਦੇਵੇ, ਮੈਂ ਇਹ ਵੀ ਨਹੀਂ ਕਹਿੰਦਾ ਕਿ ਮੈਂ ਕਿਤੇ ਇਕੱਲਾ ਹੋਵਾਂ, 2-4 ਬੰਦੇ ਇਕੱਠੇ ਹੋ ਕੇ ਆ ਜਾਣ ਨਾ, ਕੋਈ ਸਾਹਮ ਤਾਂ ਹੁੰਦਾ ਨਹੀਂ ਇੱਥੇ ਕੋਈ ਵੀ, ਪਰ ਵੀਰੇ ਆੜਾ ਦਿਲ ਆਇਆ ਨਾ ਰੱਬ ਨੇ, ਇਹ ਦੱਸਿਆ ਸੀ ਉਹ ਬਾਜਾਂ ਵਾਲੇ ਗੁਰੂ ਦਾ ਲੱਗਾ ਹੋਇਆ, ਉਹਨੇ ਦਿੱਤਾ ਹੋਇਆ, ਸਮਝ ਗਿਆ ਨਾ। ਇਹ ਚਵਲਾਂ ਕਿਸੇ ਹੋਰ ਨਾ ਮਾਰੀ ਤੂੰ ਯਾਰ। ਤੂੰ ਸਟੂਡੈਂਟਾਂ ਨੇ ਜਦੋਂ ਹੁਣ ਮੈਂ ਗੱਲ ਕੀਤੀ, ਫਿਰ ਲਿਖ ਕੇ ਸ਼ੁਰੂ ਕਰਤਾ ਪਾਉਣਾ ਵੀ ਸਟੂਡੈਂਟਾਂ ਨਾਲ ਸਿੰਪਥੀ ਨਹੀਂ ਮਿਲਣੀ। ਕਿਉਂ ਨਹੀਂ ਮਿਲਣੀ ਵੀਰੇ? ਮੈਨੂੰ ਸਿੰਪਥੀ ਨਹੀਂ, ਮੈਂ ਦਿਲੋਂ ਬੋਲ ਰਿਹਾ। ਤੇ ਜੇ ਮੈਂ ਅੱਜ ਕਹਿ ਰਿਹਾ ਨਾ, ਇੱਕ ਹੋਰ ਦੱਸਦਾ, ਜਿਹਦੇ ਖਿਲਾਫ ਇਸ ਬੰਦੇ ਨੇ ਪ੍ਰੋਗਰਾਮ ਪਾਏ ਨੇ, ਸਿੱਧੀਆਂ ਫੋਟੋਆਂ ਲਾਤੀਆਂ, ਉਹਦੇ ਕੋਲੇ ਹੱਕ ਨਹੀਂ ਹੈਗਾ, ਉਹ ਤੇ ਕੇਸ ਬਣਦਾ। ਤੁਸੀਂ ਜਿਹੜੀ ਕੰਟਰੀ 'ਚ ਬੈਠੇ ਆਪਦੇ ਵਕੀਲ ਤੋਂ ਲੈ ਕੇ ਅਫੀਸ਼ੀਅਲ ਲੈਟਰ ਭੇਜੋ, ਤੁਹਾਡੀ ਫੋਟੋ ਨਹੀਂ ਲਾ ਸਕਦਾ ਕੋਈ ਬੰਦਾ। ਇਹ ਬੰਦਾ ਕਹਿੰਦਾ ਸ਼ਰੇਆਮ ਵੀ ਫੋਟੋ ਲਾ ਦਿਓ ਜੀ, ਇਹਦੇ ਪਿੰਡਾਂ 'ਚ ਪੋਸਟਰ ਲਵਾ ਦਿਓ। ਇੱਕ ਹੋਰ ਮੈਂ ਕਲਿੱਪ ਸੀ, ਉਹਦੇ 'ਚ ਬੰਦਾ ਕਹਿ ਰਿਹਾ ਇਹਦੇ ਮਾਪਿਓ ਦੇ ਫੋਟੋ ਲਾਓ ਜੀ, ਇਹਦੇ ਪੇਰੈਂਟਸ ਦੇ ਫੋਟੋ ਲਾਓ। ਉਹ ਕਿਉਂ ਬੇਵਕੂਫ ਇਨਸਾਨ, ਕਿਉਂ ਲਾਓ? ਗਲਤੀ ਬੱਚਿਆਂ ਨੇ ਤਾਂ ਹੋ ਗਈ, ਗਲਤੀ ਬੱਚਿਆਂ ਤੋਂ ਹੋ ਗਈ, ਕਿਉਂ ਲਾਓ ਉਹਨਾਂ ਦੇ ਪੇਰੈਂਟਸ ਦੇ? ਬਈ ਤੂੰ ਕੌਣ ਹੁੰਦਾ ਲਾਉਣ ਵਾਲਾ? ਤੂੰ ਕੌਣ ਹੁੰਦਾ ਸਜ਼ਾ ਦੇਣ ਵਾਲਾ? ਤੂੰ ਕੋਈ ਅਥਾਰਟੀ ਆ? ਤੂੰ ਕੀ ਮਤਲਬ ਤੂੰ ਕੋਰਟ ਆ, ਤੂੰ ਜੱਜ ਆ, ਤੂੰ ਵਕੀਲ ਆ? ਕੌਣ ਆ ਤੂੰ? ਇੱਕ ਅਨਪੜ੍ਹ ਬੰਦਾ ਯਾਰ ਤੂੰ, ਦੁੱਕੀ ਦਾ ਬੰਦਾ ਨਹੀਂ ਯਾਰ, ਤੂੰ ਬੰਦਾ ਹੈ ਹੀ ਨਹੀਂ। ਤੂੰ ਮੇਰੇ ਤੇ 50 ਪ੍ਰੋਗਰਾਮ ਕਰ, ਮੈਨੂੰ ਨਹੀਂ ਫਰਕ ਪੈਂਦਾ, ਲੋਕਾਂ ਨੂੰ ਪਤਾ। ਤੂੰ ਕੀ ਪ੍ਰੋਗਰਾਮ ਕੀਤਾ ਹੁਣ? ਉਧਰੋਂ ਇੰਦਰਜੀਤ ਸਿੰਘ ਵੱਲੋਂ, ਮੇਰੇ ਚਾਚੇ ਵੱਲੋਂ ਹਟਿਆ, ਮੇਰੇ ਵੱਲ ਨੂੰ ਆ ਗਿਆ, ਉਹ ਮੈਨੂੰ ਕੋਈ ਪਰਵਾਹ ਨਹੀਂ। ਹੁਣ ਤੂੰ ਫਿਰ ਕੋਈ ਬੰਦਾ ਕਾਲਰ ਬਿਠਾ ਲਿਆ ਜੀ, ਸਿੱਪੀ ਨੇ ਇੰਨੀ ਠੱਗੀ ਮਾਰੀ। ਉਹ ਯਾਰ ਪੰਜਾਬ ਦਾ ਜੇ ਬੰਦਾ ਰਹਿਣ ਵਾਲਾ ਪ੍ਰਸ਼ਾਸਨ 'ਚ ਜਾਵੇ ਤਾਂ, ਇੱਥੇ ਸਾਡੇ ਪੰਜਾਬ ਪੁਲਿਸਾਂ ਮਾਣਯੋਗ ਸਾਡੇ ਅਦਾਲਤਾਂ ਨੇ ਆਪਦੇ ਪ੍ਰੂਫ ਚੱਕੇ, ਜਾ ਕੇ ਮੇਰੇ ਤੇ ਕੇਸ ਕਰੇ। ਤੂੰ ਕੌਣ ਹੁੰਨਾ? ਮੈਂ ਵੀ ਤੇਰੇ ਤੇ ਮਾਨਹਾਨੀ ਦਾ ਕਰੂੰਗਾ। ਤੂੰ ਕੋਈ ਪ੍ਰੂਫ ਦੇਖਿਆ? ਮੈਂ ਤੇਰੇ ਤੇ ਠੋਕੂੰਗਾ। ਔਰ ਜੇ ਦੇਖ, ਜਿਹੜੀ ਅਦਾਲਤ ਆ ਨਾ ਵੀਰੇ, ਜਿਹੜੇ ਪ੍ਰਸ਼ਾਸਨ ਆ, ਉਹਦੇ ਲਈ ਪ੍ਰੂਫ ਚਾਹੀਦਾ ਹੁੰਦਾ ਵੀ ਆਹ ਦੇਖੋ ਜੀ, ਆ ਰਿਟਨ ਪਿਆ ਸਾਰਾ ਕੁਛ, ਆ ਲਿਖ ਕੇ ਦਿੱਤਾ ਬੰਦੇ ਨੇ, ਐਂ ਕੀਤਾ, ਲੈ ਕੇ ਆ, ਨਹੀਂ ਤਾਂ ਮੈਂ ਵੀ ਤੇਰੇ ਤੇ ਠੋਕੂੰਗਾ। ਹੁਣ ਤਾਂ ਤੂੰ ਵੈਸੇ ਤੇਰੀਆਂ ਚੀਕਾਂ ਪਈਆਂ ਹੋਈਆਂ, ਇਹ ਤੇਰੀ ਫੋਕੀ ਆਕੜ ਆ ਜਿਹੜੀ ਤੈਨੂੰ ਸਾਹਬ ਕਹਿ ਕੇ ਚਮਲਾਤਾ ਨਾ ਤੈਨੂੰ ਜਿਨ੍ਹਾਂ ਨੇ, ਇਹ ਫੋਕੀ ਆ। ਇੱਕ ਮੈਂ ਹੋਰ ਕਲਿੱਪ ਦੇਖੀ, ਮੈਂ ਸਾਡੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ, ਤੁਸੀਂ ਵੀ ਦੇਖਿਓ, ਅੱਬਲ ਤਾਂ ਡਿਲੀਟ ਕਰ ਦੂ 2 ਮਿੰਟ 'ਚ, ਆਏ ਤੇ ਹੋਗੀ ਤਾਂ ਮੈਨੂੰ ਦੱਸਿਓ, ਮੈਂ ਪ੍ਰੋਵਾਈਡ ਕਰਾਉਂ ਤੁਹਾਨੂੰ, ਮੇਰੇ ਕੋਲ ਪਈਆਂ ਨੇ ਸਾਰੀਆਂ। ਉਹਦੇ 'ਚ ਕਿਸੇ ਬੰਦੇ ਨੂੰ, ਬੰਦਾ ਕੋਈ ਪੁਲਿਸ ਦਾ ਬੰਦਾ ਆ, ਕੋਈ ਮੇਬੀ ਕੋਈ ਸਾਡਾ ਭਰਾ SHO ਜਾਂ ASI, ਚਾਹੇ ਉਹ ਕਾਂਸਟੇਬਲ ਆ, ਕੋਈ ਵੀ ਜੌਬ ਤੇ ਆ, ਮੈਨੂੰ ਇਹ ਨਹੀਂ ਪਤਾ, ਪਰ ਮੈਨੂੰ ਹੈਗੀ ਆ। ਉਹਨੂੰ ਬੰਦਾ ਕਹਿ ਰਿਹਾ ਠੀਕ ਆ, ਤੂੰ ਬੰਦੇ ਨੂੰ ਟਰੇਸ ਕਰ ਲਿਆ, ਕੁਛ ਗਲਤ ਹੋ ਗਿਆ, ਉਹਨੂੰ ਬੰਦਾ ਸ਼ਰੇਆਮ ਧਮਕੀ ਦੇ ਰਿਹਾ, ਮੈਂ ਤੇਰੀ ਪੇਟੀ ਲਵਾ ਕੇ 2 ਘੰਟੇ ਦੇ ਵਿੱਚ ਸਲਾਖਾਂ ਦੇ ਪਿੱਛੇ ਭੇਜ ਦੂੰਗਾ। ਯਾਰ ਪਹਿਲੀ ਗੱਲ ਤਾਂ ਤੂੰ ਥ੍ਰੈਟ ਹੀ ਨਹੀਂ ਕਰ ਸਕਦਾ ਕਿਸੇ ਨੂੰ। ਕੋਈ ਬੰਦਾ ਰੇਡੀਓ ਤੇ ਬੈਠ ਕੇ ਕਿਸੇ ਨੂੰ ਆਹ ਧਮਕੀ ਕਿਵੇਂ ਦੇ ਸਕਦਾ ਕਿ ਮੈਂ ਤੇਰੀ ਪੇਟੀ ਲਵਾ ਦੂੰ, ਮੈਂ ਤੈਨੂੰ ਅੰਦਰ ਕਰਵਾ ਦੂੰਗਾ? ਇਹ ਤੈਨੂੰ ਰਾਈਟ ਕਿਹਨੇ ਦੇਤਾ? ਤੈਨੂੰ ਪਤਾ ਉਲਟਾ ਤੇਰੇ ਤੇ ਕੇਸ ਬਣਦਾ। ਔਰ ਮੈਂ ਕਹੂੰਗਾ ਸਾਡੀ ਪੰਜਾਬ ਪੁਲਿਸ ਨੂੰ, ਜਨਾਬ ਕੋਈ ਬੰਦਾ ਸਾਡੀ ਪੰਜਾਬ ਪੁਲਿਸ ਦੇ ਮੁਲਾਜ਼ਮ ਨੂੰ ਧਮਕਾ ਰਿਹਾ, ਜੇ ਉਹ ਤੋਂ ਕੋਈ ਗਲਤੀ ਹੋਈ ਤਾਂ ਉਹਦੀ ਪੈਰਵਾਈ ਇੱਥੇ ਹੋਣੀ ਚਾਹੀਦੀ ਆ। ਔਰ ਇਹ ਕਹਿ ਰਿਹਾ ਕਿ ਮੈਥੋਂ ਮਾਫੀ ਮੰਗ, ਮੇਰਾ ਨਾਂ ਲੈ ਕੇ, ਸਾਹਬ ਲੈ ਕੇ, 4-5 ਵਾਰੀ ਕਹਿ ਰਿਹਾ ਸਾਹਬ ਲੈ ਕੇ ਮਾਫੀ ਮੰਗ। ਔਰ ਬੰਦਾ ਕੋਈ ਵੀ ਆ, ਜਦੋਂ ਜੌਬ ਤੇ ਗੱਲ ਆਉਂਦੀ ਆ, ਬੰਦਾ ਥੋੜਾ ਜਿਹਾ ਹੋ ਜਾਂਦਾ ਕਿ ਉਹਦੇ ਬੱਚਿਆਂ ਵਾਸਤੇ ਰੋਟੀ ਕਮਾਉਂਦਾ ਤੇ ਉਹਨੂੰ ਮੰਗਣੀ ਪੈ ਗਈ। ਲਾਹਣਤ ਤਾਂ ਤੇਰੇ ਤੇ, ਤੈਨੂੰ ਇਹ ਪਾਵਰ ਕਿਹਨੇ ਦੇਤੀ ਬਈ? ਮੇਰੇ ਸਵਾਲਾਂ ਦਾ ਜਵਾਬ ਦੇਈਂ। ਐਵੇਂ ਜਰਾਬਾਂ ਚੱਕੀ ਫਿਰਦਾ, ਉਹ ਇਹ ਬਾਂਦਰਾਂ ਵਾਲੇ ਕੰਮ ਨਾ ਕਰ, ਚੱਕੀ ਫਿਰ ਜਰਾਬਾਂ। ਜਿਹੋ ਜਿਹਾ ਤੂੰ ਬੰਦਾ, ਤੂੰ ਜਰਾਬ ਦੀ ਗੱਲ ਕਰਦਾ, ਮੈਨੂੰ ਤਾਂ ਤੇਰਾ ਕੋਈ ਕੱਪੜਾ ਪਿਆ ਦੱਸ ਜੇ, ਮੈਂ ਤਾਂ 100 ਫੁੱਟ ਦੂਰ ਦੀ ਲੰਘੂਗਾ ਵੀ ਗੰਦਗੀ ਦਾ ਕੱਪੜਾ ਇਹ। ਕਿੰਨੇ ਮੁੰਡਿਆਂ ਦੇ ਤੂੰ ਸਰੀਰਕ ਸ਼ੋਸ਼ਣ ਕੀਤੇ ਨੇ, ਪਤਾ ਤੈਨੂੰ?
ਤੂੰ ਕੋਈ ਮੇਰੀ ਕੁੱਟ ਦੀ ਵੀਡੀਓ ਪੇਸ਼ ਕਰਨੀ ਆ। ਤੈਨੂੰ ਪਤਾ ਤੇਰੇ ਕੈਸਲ ਮੋਰ ਤੇ ਜੁੱਤੀਆਂ ਪਈਆਂ ਸੀਗੀਆਂ, ਸਾਡੇ ਕਿਸੇ ਭਰਾ ਨੇ ਆਪਦੇ ਘਰੇ ਤੈਨੂੰ ਇਨਵਾਈਟ ਕੀਤਾ ਸੀ, ਪਹਿਲਾਂ ਤੇਰੇ ਛੱਤਰ ਮਾਰੇ, ਫਿਰ ਤੂੰ ਬਾਹਰ ਗਲੀ 'ਚ ਬੈਠ ਕੇ ਰੋਇਆ। ਰੋਣ ਤੋਂ ਬਾਅਦ ਤੂੰ ਸੋਚਿਆ ਯਾਰ ਵੀ ਕੁਝ ਕਰਤਾ ਸਕਦੇ ਨਹੀਂ, ਫਿਰ ਤੂੰ ਅੰਦਰ ਤੂੰ ਕਿਹਾ ਯਾਰ ਮੈਨੂੰ ਚਾਹ ਤਾਂ ਪਿਆ ਦਿਓ। ਹੋਇਆ ਸੀ ਕਿ ਨਹੀਂ ਹੋਇਆ ਸੀ? ਸਾਰੇ ਟੋਰਾਂਟੋ ਨੂੰ ਪਤਾ। 3 ਵਾਰੀ ਤੇਰੇ ਛੱਤਰ ਫਿਰੇ ਨੇ ਯਾਰ। ਹੈ ਗੱਲਾਂ ਤੂੰ ਕਰਦਾ ਮੈਂ। ਹੋ ਵਾਹਿਗੁਰੂ, ਬਹੁਤ ਆ ਕਿ ਹੋਰ ਕਰੀਏ? ਬਹੁਤ ਕੁਛ ਆ ਤੇਰੇ ਲਈ। ਸਕਲਟ ਨਾ ਪਾਇਆ ਕਰ ਯਾਰ, ਚੰਗਾ ਨਹੀਂ ਲੱਗਦਾ। ਉਹ ਬਾਬਾ ਸੋਚਦਾ ਹੋਊਗਾ ਵੀ ਮੈਂ 6 ਫੁੱਟ 2 ਇੰਚ ਦਾ ਬੰਦਾ ਭੇਜਿਆ ਸੀਗਾ। ਤੂੰ ਛੋਟੇ ਛੋਟੇ ਕੱਪੜੇ ਪਾਈ ਫਿਰਦਾ। ਡੋਂਟ ਡੂ ਦਿਸ ਬੇਬੀ ਪਲੀਜ਼। ਕਲਾਕਾਰ ਜਿਹੜੇ ਸਾਡੇ ਭਰਾ, ਮੈਂ ਤੁਹਾਨੂੰ ਕਹਿੰਦਾ ਹੁਣ ਅਣਖ ਰੱਖਿਓ ਯਾਰੋ ਮੇਰੇ। ਉਹ ਆਪਾਂ ਬਹੁਤ ਘੈਂਟ ਆ। ਰੱਬ ਨੇ ਸਾਨੂੰ ਜਿਹੜਾ ਆਪਾਂ ਨੂੰ ਕੰਮ ਦਿੱਤਾ ਨਾ, ਇਹ ਕਿਸਮਤ ਵਾਲਿਆਂ ਨੂੰ ਮਿਲਦਾ। ਗਾਣਾ ਸੁਣ ਲਈ ਮੇਰੇ ਵਾਲਾ, ਇੰਨਾ ਕੁ ਫਰਕ ਕਰੂ ਸਾਰੀ ਜ਼ਿੰਦਗੀ। ਆ ਤੂੰ ਝੁੰਡਾਂ ਵਿੱਚ ਆਉਣਾ, ਜੱਟ ਖੁੰਡਾਂ ਵਿੱਚ ਆਉਂਦਾ। ਇਹ ਹੰਕਾਰ ਨਹੀਂ। ਇਹ ਅੱਛਾ, ਕੋਈ ਬੰਦਾ ਜਿਹਦੀ ਆਪਾਂ ਗੱਲ ਕਰਦੇ ਨਾ, ਜਿਹੜੀ ਸਰਦਾਰੀ ਹੁੰਦੀ, ਉਹ ਇੱਥੇ ਹੁੰਦੀ ਹੈ ਇਸ ਥਾਂ ਤੇ। ਬੰਦੇ ਨੂੰ ਉਹਦੀ ਇੰਟਰਨਲ ਸੋਲ ਨੂੰ ਪਤਾ ਹੁੰਦਾ ਵੀ ਕਿ ਮੈਂ ਜ਼ਿੰਦਗੀ 'ਚ ਕਿੰਨਾ ਚੰਗਾ, ਕਿੰਨਾ ਕੁ ਮੈਂ ਘੈਂਟ ਆ ਨਾ। ਮੈਂ ਜਦੋਂ ਮਰੂੰਗਾ ਮੈਨੂੰ ਮਾਣ ਹੋਊਗਾ। ਜਦੋਂ ਵੀ ਮਰੂੰਗਾ, ਚਾਹੇ ਹੁਣ ਚਾਹੇ ਮੈਂ ਉਮਰ ਭੋਗ ਕੇ ਜਾਊਂਗਾ, ਮੈਨੂੰ ਮਾਣ ਹੋਊਗਾ ਕਿ ਮੈਂ ਸਰਦਾਰ ਹਾਂ। ਤੈਨੂੰ ਹੈ? ਅੱਬਲ ਤਾਂ ਤੂੰ ਬਿਮਾਰੀ ਲਵਾ ਲੈਣੀ ਹੈ ਕੋਈ। ਦੇਖ ਰਿਹਾ ਪ੍ਰੋਗਰਾਮ ਮੇਰਾ, ਪੈਂਦੀਆਂ ਚੀਕਾਂ ਤਾਂ ਇੱਥੋਂ ਹੀ ਸਿੱਖਿਆ ਮੈਂ। ਘਟੀਆ ਇਨਸਾਨ। ਸ਼ਰੇਆਮ ਤੂੰ ਫੋਟੋ ਕਿਸੇ ਦੇ ਵੀ ਬੰਦੇ ਦੀ, ਦੇਖੋ ਜੀ ਰੰਗ ਰਲੀਆਂ ਮਨਾਉਂਦੇ ਫੜਿਆ ਗਿਆ, ਧਮਕਾ ਇਹ ਹੋ ਗਿਆ ਉਹ ਹੋ ਗਿਆ, ਸ਼ਰੇਆਮ ਤੂੰ ਫੋਟੋ ਲਾ ਦਿੰਦਾ। ਤੇ ਜਿੱਦਣ ਪ੍ਰੈਸ ਕਾਨਫਰੰਸ ਅਸੀਂ ਕੀਤੀ ਸੀ, ਉਹਦੇ 'ਚ ਮੈਂ ਬੋਲਿਆ ਵੀ ਇਹਦੇ ਕੋਲ ਰਾਈਟ ਹੈ ਨਹੀਂ ਗਿਆ, ਸ਼ਰੇਆਮ ਫੋਟੋ ਕਿਵੇਂ ਲਾਏ ਆ। ਹੁਣ ਮੇਰੀ ਫੋਟੋ ਧੁੰਦਲੀ ਕਰਕੇ ਲਾਤੀ, ਚੀਕਾਂ ਤਾਂ ਇੱਥੋਂ ਹੀ ਪੈ ਗਈਆਂ ਤੇਰੀਆਂ। ਲਾ ਦੇ ਕਲੀਅਰ ਕਰਕੇ। ਹੁਣ ਜਦੋਂ ਪਤਾ ਹੀ ਆ ਤੂੰ ਮੈਨੂੰ ਕਹਿ ਰਿਹਾ ਲਾ ਦੇ ਕਲੀਅਰ ਕਰਕੇ। ਇੰਦਰਜੀਤ ਸਿੰਘ ਚਾਚਾ ਮੇਰਾ, ਤੇ ਮੈਂ ਨਾਲ ਖੜੂੰਗਾ ਕਿਉਂਕਿ ਸਾਡਾ ਪਰਿਵਾਰ ਆ। ਜਿਹੜੇ ਮੇਰੇ ਯਾਰ ਆ, ਜੇ ਮੇਰੇ ਯਾਰਾਂ ਦੀ ਕਿਸੇ ਨਾਲ ਨਹੀਂ ਬਣਦੀ ਤਾਂ ਮੇਰੀ ਵੀ ਨਹੀਂ ਬਣਦੀ। ਜਿਹੜੇ ਮੇਰੇ ਪਰਿਵਾਰ ਆ, ਜੇ ਮੇਰੇ ਪਰਿਵਾਰਾਂ ਦੀ ਕਿਸੇ ਨਾਲ ਨਹੀਂ ਬਣਦੀ ਤਾਂ ਮੇਰੀ ਵੀ ਨਹੀਂ ਬਣਦੀ। ਮੈਂ ਤਾਂ ਇਹੋ ਜਿਹਾ ਹੀ ਆ, ਖੁਸ਼ ਰਹਿਣ ਵਾਲਾ ਇਨਸਾਨ ਆ। ਜਿਹੜੇ ਮੇਰੇ ਆ ਲਾਈਵ ਦੇਖਦੇ ਹੋਣਗੇ ਕਿ ਵੀਰ ਪਤਾ ਨਹੀਂ ਮੇਰੀ ਇੱਕ ਇਮੇਜ ਇਹੋ ਜਿਹੀ ਬਣਾਤੀ ਕਿ ਸ਼ਾਇਦ ਗੁੱਸੇ ਵਾਲਾ। ਜਮਾਂ ਨਹੀਂ ਵੀਰੇ, ਆਪਾਂ ਹੱਕ ਲਈ ਬੋਲਣ ਵਾਲੇ ਬੰਦੇ ਆ। ਕਿਸਾਨ ਅੰਦੋਲਨ ਸਾਡਾ ਬਹੁਤ ਵਾਹਿਗੁਰੂ ਦੀ ਮਿਹਰ ਨਾਲ ਅੱਜ ਵੀ ਸਟੈਂਡ ਕਰ ਰਿਹਾ। ਮੈਂ ਉਹਨਾਂ ਸਾਰਿਆਂ ਸਾਡੇ ਬਜ਼ੁਰਗਾਂ ਦਾ ਥੈਂਕ ਯੂ ਕਰਦਾ। ਉਹਦੇ ਤੇ ਵੀ ਆਉਂਗਾ ਮੈਂ ਮੁੜ ਕੇ, ਤੇਰੇ ਤੇ ਤੈਨੂੰ ਆਨਸਰ ਕਰਨੇ ਪੈਣਗੇ। ਮੀਡੀਆ ਪਤਾ ਕਿਹੜਾ ਹੁੰਦਾ? ਜਿਹੜਾ ਇੱਥੇ ਦਿੱਲੀ ਜਦੋਂ ਸ਼ੰਭੂ ਬਾਰਡਰ ਤੇ ਅਸੀਂ ਗਏ ਨਾ, ਜਿੰਨੇ ਪਸੀਨੇ ਨਾਲ ਅਸੀਂ ਭਿੱਜੇ ਵੇ ਹੁੰਨੇ ਆ, ਉਹਨਾਂ ਜਿਹੜਾ ਸਾਡਾ ਮੀਡੀਆ ਇੱਥੇ ਭਿੱਜਿਆ ਪਿਆ ਹੁੰਦਾ, ਪਸੀਨਾ ਉੱਪਰੋਂ ਲੈ ਕੇ ਥੱਲੇ ਤੱਕ ਚੋਂਦਾ ਹੁੰਦਾ। ਮੈਂ ਇਹੋ ਜਿਹੇ ਵੀ ਮੀਡੀਆ ਵਾਲੇ ਭਰਾ ਦੇਖੇ ਨੇ ਜਿਨ੍ਹਾਂ ਨੇ ਇੱਕੋ ਕੱਪੜਿਆਂ ਦੇ ਵਿੱਚ 5-5 7-7 ਦਿਨ ਕੱਢੇ ਇੱਥੇ, ਜਿੱਦਣ ਪਹਿਲੇ ਦਿਨ ਦਿੱਲੀ ਗਏ ਸੀਗੇ। ਤੇ ਇੱਕ ਤੂੰ ਆ ਜਿਹੜਾ ਸੁਰਖੀ ਲਾ ਲੈਣਾ, ਕਿਤੇ ਸਕਲਟ ਪਾ ਲੈਣਾ, ਖੇਖਣ ਕਰਦਾ। ਬਹੁਤ ਫਰਕ ਆ। ਇੱਕ ਹੋਰ ਗੱਲ ਆ, ਸਾਡੇ ਕੈਨੇਡਾ ਦੇ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ, ਜਿੰਨੇ ਵੀ ਸਾਡੇ ਹੋਰ ਰੇਡੀਓ ਸਟੇਸ਼ਨ ਨੇ, ਜਿੰਨੇ ਹੋਸਟ ਨੇ, ਵੀਰੇ ਤੁਹਾਨੂੰ ਸਭ ਨੂੰ ਦਿਲੋਂ ਰਿਸਪੈਕਟ ਆ। ਮੇਰਾ ਕਿਸੇ ਨਾਲ ਕੋਈ ਰੌਲਾ ਨਹੀਂ, ਮੈਂ ਕਿਸੇ ਨੂੰ ਬੁਰਾ ਨਹੀਂ ਕਹਿੰਦਾ। ਕੱਲ ਨੂੰ ਕੋਈ ਐਸੀ ਵੇਵ ਬਣਾਵੇ ਵੀ ਆਜੋ ਇਕੱਠੇ ਹੋ ਜਾਈਏ, ਮੈਂ ਤੁਹਾਡੇ ਸਾਰਿਆਂ ਲਈ ਰਿਸਪੈਕਟ ਆ। ਪਰ ਤੁਹਾਨੂੰ ਵੀ ਪਤਾ ਇਹ ਬੰਦਾ ਗਲਤ ਆ। ਜਿਹੜੀ ਅਸੀਂ ਕਾਨਫਰੰਸ ਕੀਤੀ ਸੀਗੀ, ਆਹ ਦੇਖ ਲਾ ਸਾਡੇ ਬੰਦੇ ਨੱਚਦੇ ਫਿਰਦੇ ਮੂਹਰੇ, ਕਹਿੰਦੇ ਤੂੰ ਸੱਚ ਬੋਲਦਾ ਸਾਨੂੰ ਸਵਾਦ ਆ ਜਾਂਦਾ ਹੈ। ਮੀਡੀਆ ਜੇ ਤੂੰ ਸਹੀ, ਤੂੰ ਤਾਂ ਬਣ ਹੀ ਨਹੀਂ ਸਕਦਾ ਯਾਰ। ਹੁਣ ਤਾਂ ਲੰਘ ਗਿਆ ਵੇਲਾ, ਉਹ ਤਾਂ ਮੁੰਨੀ ਬਦਨਾਮ ਹੋ ਚੁੱਕੀ ਆ ਭਾਈ ਲੋਕ। ਪੱਲੇ ਕੀ ਤੇਰੇ, ਜਿਹਦੇ ਪੱਲੇ ਪਰਿਵਾਰ ਹੋਵੇ। ਹੋਰ ਦੱਸਦਾ ਮੈਂ,
ਤੁਹਾਡੇ ਬਜ਼ੁਰਗ, ਮੈਂ ਉਹਨਾਂ ਨੂੰ ਮੈਨੂੰ ਯਾਦ ਨਹੀਂ ਆਉਂਦਾ ਕਿ ਜੇ ਮੈਂ ਜਿੱਦਣ ਮਾਮੇ ਹੁਣਾਂ ਨੇ ਇੱਕੋ ਵਾਰੀ ਆਇਆ ਸੀ, ਤੁਹਾਨੂੰ ਦੱਸਿਆ ਸੀ ਘਰੇ ਸ਼ਾਇਦ ਉਦੋਂ ਮਿਲਿਆ, ਬੜੇ ਨਾਈਸ ਲੱਗੇ ਮੈਨੂੰ, ਰੱਬ ਰੂਪ ਲੱਗੇ। ਉਹਨਾਂ ਦੇ ਖੱਟਾ ਪਰਨਾ ਬਣਿਆ ਸੀ, ਚਿੱਟਾ ਦਾੜਾ ਸੀ, ਸਿੱਖੀ ਸਰੂਪ ਸੀ ਜੇ ਮੈਂ ਗਲਤ ਨਹੀਂ ਹੈਗਾ। ਉਹ ਲਾਣਤੀਆਂ ਕਿੱਥੇ ਜੰਮ ਪਿਆ ਤੂੰ ਉਹਨਾਂ ਦੇ ਘਰੇ, ਕਲੰਕਤ ਕਿੱਧਰ ਜੰਮ ਪਿਆ ਤੂੰ ਯਾਰ। ਘਟੀਆ ਇਨਸਾਨ ਹੈ ਯਾਰ ਤੂੰ। ਇਹ ਕਹਿੰਦੇ ਟੈਨਸ਼ਨ ਨਾ ਲੈ, ਮੈਂ ਕਮ ਔਨ ਬੇਬੀ ਦੀ ਟੈਨਸ਼ਨ ਨਹੀਂ ਲੈਂਦਾ, ਪਰ ਤੂੰ ਭਰਿੰਡ ਛੇੜ ਲਿਆ। ਤੂੰ ਕਹਿੰਦਾ ਨਾ ਛੇੜ ਲਿਆ, ਲੈ ਤੈਨੂੰ ਹੁਣ ਇੰਨੇ ਨਾਲ ਤੈਨੂੰ 4 ਲੋਕ ਹੋਰ ਸੁਣਨ ਲੱਗ ਜਾਣਗੇ। ਉਹ ਤਾਂ ਤੈਨੂੰ ਕੋਈ ਘਾਹ ਪਾਉਂਦਾ ਨਹੀਂ ਸੀ। ਭਿੰਡਰਾਂ ਵਾਲੇ ਬੰਤੇ ਬਾਈ ਦੀ ਸਟੋਰੀ ਪਤਾ ਤੈਨੂੰ? ਸਕਲਟ ਨਾ ਪਾਇਆ ਕਰ। ਇਹ ਜਿੰਨਾਂ ਨਾਲ ਲੜਦਾ ਨਾ, ਇਹਨੂੰ ਜਦੋਂ ਕਦੇ ਤੁਹਾਡੇ ਨਾਲ ਲੁੜਦਾ ਹੁੰਦਾ, ਇਹਨੂੰ ਨਾ ਤੁਸੀਂ ਲਿਪਸਟਿਕ ਲੈ ਕੇ, ਵੰਗਾ ਲੈ ਕੇ, ਚੂੜੀਆਂ ਚਾੜੀਆਂ ਲੈ ਕੇ ਕੋਰੀਅਰ ਕਰ ਦਿਆ ਕਰੋ, ਫੇਰ ਇਹ ਖੁਸ਼ ਰਹਿੰਦੀ ਆ। ਕਿ ਪਤਾ ਨਹੀਂ ਸੰਨ ਵਿਚਾਲੇ ਜੇ ਕੀ ਆ ਯਾਰ, ਇਹ ਸਮਝੋਂ ਬਾਹਰ ਹੋਇਆ ਫਿਰਦਾ ਕੰਮ। ਮੈਂ ਇਹ ਕਹਿੰਦਾ ਮੈਂ ਪਿਓ ਦੀ ਉਮਰ ਪਿਓ ਵਰਗਾ, ਮੈਂ ਮੇਰਾ ਬੱਚਾ, ਮੈਂ ਨਹੀਂ ਤੇਰਾ ਬੱਚਾ ਬੁੱਚਾ, ਦਫਾ ਹੋ। ਤੇਰਾ ਬੱਚਾ ਮੈਨੂੰ 7 ਜਨਮਾਂ ਚ ਵੀ ਮੈਨੂੰ ਕੀ ਆ, ਸਾਡੇ ਸਾਰੇ ਪੰਜਾਬ ਨੂੰ ਤੇਰਾ ਬੱਚਾ ਕੋਈ ਨਾ ਬਣਾਵੇ, ਕਿਸੇ ਨੂੰ ਵੀ। ਚਲੋ ਬਾਕੀ ਮੈਂ ਵੀ ਹੁਣ ਕਰਦਾ ਕਾਰਵਾਈ ਸ਼ੁਰੂ। ਅਸੀਂ ਪ੍ਰਸ਼ਾਸਨ ਤੇ ਮਾਣ ਆ ਫੇਰ ਤੋਂ, ਔਰ ਜੇ ਕੋਈ ਵੀ ਸਾਡਾ ਕੋਈ ਪੋਲਿਟਿਕਸ ਵਾਲਾ ਸਾਡਾ ਭਰਾ ਕੋਈ ਸਾਡਾ ਇਸ ਚੀਜ਼ ਸੁਣਦਾ ਹੋਵੇ, ਜਾਂ ਪੁਲਿਸ ਅਫਸਰ ਸਾਹਿਬਾਨ ਕੋਈ ਵੀ ਸੁਣਦੇ ਹੋਣ, ਦੇਖੋ ਜੀ ਮੈਂ ਜੋ ਗੱਲਾਂ ਕੀਤੀਆਂ ਨੇ ਅੱਜ, ਉਹ ਮੈਂ ਅੱਕ ਕੇ ਆਇਆ, ਕਿਉਂਕਿ ਬੰਦੇ ਨੇ ਨਾ ਸਿਰਾ ਹੀ ਕਰਾਤਾ, ਹਟਦਾ ਹੀ ਨਹੀਂ ਸੀਗਾ। ਔਰ ਤੁਹਾਨੂੰ ਵੀ ਪਤਾ ਕਿ ਇਹ ਬਾਹਰ ਸਾਡੇ ਬੱਚਿਆਂ ਨੂੰ ਕਿੰਨਾ ਬਦਨਾਮ ਕਰਦਾ। ਹਜੇ ਕੁਛ ਚੀਜ਼ਾਂ ਮੈਂ ਸਕਿਪ ਕਰ ਗਿਆ ਹੋਊਂਗਾ, ਪਰ ਕੋਈ ਗੱਲ ਨਹੀਂ, ਲੋੜ ਪਈ ਮੈਂ ਦੁਬਾਰਾ ਟਾਈਮ ਦੇ ਦਾਂਗੇ। ਤੇ ਜਿੰਨੇ ਵੀ ਤੁਸੀਂ ਬਾਹਰ ਲਿਓ, ਜਿੰਨੇ ਸਾਡੇ ਭਰਾ, ਹੋਰ ਗੱਲ ਕਹਿਣਾ, ਮੈਨੂੰ ਕਿਸੇ ਦੇ ਕੰਮ ਤੋਂ ਪ੍ਰੋਬਲਮ ਨਹੀਂ, ਸਾਰੇ ਰੱਬ, ਹਰੇਕ ਬੰਦਾ ਆਪਦੀ ਮਿਹਨਤ ਕਰਕੇ ਰੋਟੀ ਖਾਂਦਾ। ਪਰ ਜਿਹੜਾ ਬੰਦਾ ਕਿਸੇ ਦੇ ਘਰ ਉਜਾੜਦਾ, ਕਿਸੇ ਦੇ ਘਰਾਂ ਦਾ ਜਲੂਸ ਕੱਢਦਾ ਆ, ਔਰ ਸਾਨੂੰ ਲੱਗਦਾ ਕਿ ਅਸੀਂ ਉਸ ਜਗ੍ਹਾ ਤੇ ਆਪਦੇ ਚੀਜ਼ਾਂ ਦੀ ਪ੍ਰਮੋਸ਼ਨ ਕਰੀਏ ਤਾਂ ਸਾਡੀਆਂ ਚੀਜ਼ਾਂ ਜ਼ਿਆਦਾ ਵਿਕਣਗੀਆਂ, ਗਲਤ ਗੱਲ ਆ ਯਾਰ। ਜਦੋਂ ਮੈਂ ਕਿਸੇ ਦੇ ਉਹ ਦੇਖਦਾ ਨਾ, ਆਹ ਦੇਖੋ ਸਟੂਡੈਂਟਾਂ ਨੂੰ ਬਹੁਤ ਗਲਤ ਬੋਲਦਾ, ਦਮਨ ਕਹਿ ਰਿਹਾ, ਉਹ ਵੀਰੇ ਤੁਹਾਨੂੰ ਜੇ ਗਲਤ ਬੋਲਦਾ ਤੁਸੀਂ ਫਿਰ ਹਿੰਮਤ ਕਿਉਂ ਨਹੀਂ ਕਰਦੇ? ਅੱਛਾ ਤੁਸੀਂ ਸਹੀ ਵੀ ਹੋ ਆਪਦੀ ਥਾਂ ਤੇ, ਕਿਉਂਕਿ ਤੁਸੀਂ ਤਾਂ ਨਹੀਂ ਕਰ ਪਾਉਂਦੇ ਕਿਉਂਕਿ ਜਿਹੜੀ ਉਹੀ ਗੱਲ ਨਾ, ਘਰ ਵੇਚਣਾ, ਸੌਰੀ ਜ਼ਮੀਨ ਵੇਚਣੀ ਪੈ ਗਈ, ਘਰ ਵੀ ਕਿਸੇ ਨੂੰ ਵੇਚਣਾ ਪੈ ਗਿਆ ਕਿਸੇ ਦੇ, ਕਿਉਂਕਿ ਪਿਓ ਜਦੋਂ ਸਿਰ ਤੇ ਹੁੰਦਾ ਨਾ, ਪਿਓ ਬੱਚੇ ਲਈ ਸਾਰਾ ਕੁਝ ਹੀ ਕਰਦਾ, ਸਾਰਾ ਕੁਝ ਕਰਦਾ ਯਾਰ। ਉਹ ਕਹਿੰਦਾ ਚਾਹੇ ਮੈਨੂੰ ਆਪਦੇ ਬੋਡੀ ਦੇ ਪਾਰਟ ਕੱਢ ਕੇ ਵੇਚਣੇ ਪੈਣ ਨਾ, ਕਿਡਨੀਆਂ ਵੀ ਵੇਚ ਦਾਂਗੇ, ਸਾਡਾ ਬੱਚਾ ਸੈੱਟ ਹੋ ਜੇ। ਤੇ ਜਦੋਂ ਇਦਾਂ ਦਾ ਕੁਝ ਤੁਸੀਂ ਜਦੋਂ ਬਾਹਰ ਜਾਂਦੇ ਆ ਤਾਂ ਮੈਨੂੰ ਪਤਾ ਤੁਹਾਨੂੰ ਇੱਕ ਸਟ੍ਰੈਸ ਹੋ ਜਾਂਦੀ ਹੈ ਬੱਚਿਆਂ ਨੂੰ। ਮੈਂ ਸਾਡੇ ਬਾਹਰਲੇ ਭਰਾਵਾਂ ਨੂੰ ਵੀ ਕਹਿੰਦਾ ਕਿ ਜਦੋਂ ਮਾੜੀ ਜੀ ਵੀ ਗੱਲ ਹੁੰਦੀ ਨਾ, ਉਸ ਵਾਲੀ ਚੀਜ਼ ਨਹੀਂ ਹੁੰਦੀ ਅੰਦਰ ਯਾਰ ਵੀ ਮੈਂ ਜਾ ਕੇ ਸ਼ਿਕਾਇਤ ਕਰਦੇ ਆ ਨਾ ਵੀ ਇਹ ਮੇਰੇ ਨਾਲ ਗਲਤ ਹੋ ਰਿਹਾ, ਕਿਉਂਕਿ ਫਿਰ ਵੀ ਡਰ ਹੁੰਦਾ ਯਾਰ ਕਿਤੇ ਮੇਰੀ PR ਨੂੰ ਪ੍ਰੋਬਲਮ ਤਾਂ ਨਹੀਂ ਆਜੂ ਵੀ ਜੇ ਕਿਤੇ ਮੈਨੂੰ ਇੰਡੀਆ ਜਾਣਾ ਪੈ ਗਿਆ। ਸੋ ਆਈ ਵਿਲ ਆਲਸੋ ਰਿਕੁਐਸਟ ਟੂ ਟਰੂਡੋ ਸਰਕਾਰ ਕਿ ਤੁਸੀਂ ਮੈਂ ਤੁਹਾਡਾ ਥੈਂਕ ਯੂ ਹੈ ਕਿ ਤੁਸੀਂ ਉਹਨੂੰ ਬੱਚਿਆਂ ਨੂੰ ਸਾਡਿਆਂ ਨੂੰ ਬਾਹਰ ਬੁਲਾਇਆ ਨਾ, ਸਾਡੇ ਭਰਾਵਾਂ ਨੂੰ, ਸਾਡੀਆਂ ਭੈਣਾਂ ਨੂੰ ਬਾਹਰ ਬੁਲਾਇਆ। ਪਰ ਇੱਕ ਚੀਜ਼ ਜ਼ਰੂਰ ਕਰੋ, ਉਹਨਾਂ ਨੂੰ ਇੰਨੇ ਕੁ ਰਾਈਟਸ ਦੇ ਦਿਓ ਕਿ ਉਹ ਦਬ ਕੇ ਨਾ ਰਹਿਣ। ਹਾਂ, ਪਰ ਮੈਂ ਤੁਹਾਨੂੰ ਵੀ ਕਹਿਣਾ ਯਾਰ, ਜੇ ਆਂਢ ਗਵਾਂਢ ਨਾ ਜੇ ਤੁਹਾਡੇ ਤੋਂ ਪਰੇਸ਼ਾਨ ਹੁੰਦਾ, ਉਹਨਾਂ ਨੂੰ ਪਰੇਸ਼ਾਨ ਨਾ ਕਰੋ। ਮੈਨੂੰ ਪਤਾ ਤੁਸੀਂ ਵੀ ਹੁੱਲੜਬਾਜੀ ਕਰ ਜਾਂਦੇ ਹੋ, ਐ ਨਾ ਕਰੋ, ਐ ਨਹੀਂ ਕਰੀਦਾ ਹੁੰਦਾ। ਪਤਾ ਕਾਰਨ ਕੀ ਹੈ? ਮੰਨ ਲਓ ਵੀ ਜੇ ਸਮਝ ਲਓ ਵੀ ਆਪਾਂ ਉੱਥੇ ਰਹਿੰਦੇ ਹੋਈਏ, ਆਪਣੇ ਗਵਾਂਢ ਜਾਂ ਆਪਣੀ ਬੇਸਮੈਂਟ ਆਪਾਂ ਕਿਸੇ ਨੂੰ ਦਿੰਦੇ ਆ ਨਾ, ਤੇ ਆਪਣਾ ਪਰਿਵਾਰ ਉੱਪਰ ਹੋਵੇ ਔਰ ਥੱਲੇ ਜੇ ਕੋਈ ਪਾਰਟੀਆਂ ਪੁੱਠੀਆਂ ਸਿੱਧੀਆਂ ਚੱਲਣਗੀਆਂ ਤਾਂ ਆਪਾਂ ਨੂੰ ਵੀ ਦੁੱਖ ਹੋਊਗਾ, ਹਨਾ। ਤੁਸੀਂ ਆਪਣੇ ਆਪ ਨੂੰ ਜਿਹੜੇ ਸਾਡੇ ਉਹ ਕੈਨੇਡੀਅਨ ਜਿਹੜੇ ਸਾਡੇ ਭਰਾ ਪਹਿਲਾਂ ਵਾਲੇ ਉਹਨਾਂ ਦੀ ਥਾਂ ਤੇ ਰੱਖ ਕੇ ਦੇਖੋ, ਤੁਹਾਨੂੰ ਦੁੱਖ ਹੋਊਗਾ ਨਾ। ਤੇ ਆਪਾਂ ਜਿਹੜੀ ਕੰਟਰੀ 'ਚ ਗਏ ਆਪਾਂ ਉਹਦੇ ਡਿਸਪਲਿਨ ਦਾ ਖਿਆਲ ਰੱਖੀਏ, ਨਾ ਲੜਾਈਆਂ ਨੂੰ ਆਪਾਂ ਨਾ ਕਰੀਏ। ਇਹ ਹੁਣ ਕੱਲ ਪਰਸੋਂ ਦਾ ਤੁਹਾਡੇ ਬਾਰੇ ਵਾਹਵਾ ਬੋਲੀ ਜਾਂਦਾ, ਤੁਸੀਂ ਦੇਖਿਓ, ਕਿਉਂਕਿ ਇਹਨੂੰ ਇਹ ਲੱਗਦਾ ਵੀ ਹੁਣ ਇਹ ਕੰਮ ਪੁੱਠਾ ਹੋਊਗਾ, ਕਿਉਂਕਿ ਮੈਂ ਜੋ ਲਿਖ ਕੇ ਪਾਉਣ ਲੱਗ ਗਿਆ। ਤੇ ਵਧੀਆ ਗੱਲ ਆ, ਮੈਂ ਤਾਂ ਕਹਿੰਦਾ ਸ਼ੁਕਰ ਆ, ਤੂੰ ਆ ਜਾ, ਹੱਕ 'ਚ ਆ ਜਾ, ਇਹਨਾਂ ਬੱਚਿਆਂ ਦੀ ਮਦਦ ਕਰ, ਚੰਗੀ ਗੱਲ ਆ।
ਇਹ ਕੋਈ ਗਲਤ ਗੱਲ ਨਹੀਂ ਹੈਗੀ, ਮਤਲਬ ਜੇ ਤੂੰ ਸਹੀ ਥਾਂ ਤੇ ਆ ਜਾਏਗਾ, ਕੋਈ ਵੀ ਨਹੀਂ ਮਤਲਬ ਭੁੱਲਿਆ ਬੰਦਾ ਘਰੇ ਆ ਜਾਂਦਾ, ਪਰ ਜਿਹੜੇ ਤੂੰ ਗੰਦਮੰਦ ਜੇ ਪ੍ਰੋਗਰਾਮ ਕਰਦਾ ਨਾ, ਤੇ ਜਿਹੜੀ ਹੁਣ ਮੈਂ ਤੈਨੂੰ ਫਿਰ ਤੋਂ ਕਹਿੰਦਾ, ਮਤਲਬ ਜਿਹੜੀ ਸਾਡੀ ਅਸੀਂ ਕਾਨੂੰਨਨ ਕਾਰਵਾਈ ਆ ਅਸੀਂ ਕਰਕੇ ਰਵਾਂਗੇ, ਉਹ ਕਰਨੀ ਆ ਅਸੀਂ ਇੱਥੇ ਵੀ ਕਰਨੀ ਆ, ਔਰ ਕੈਨੇਡਾ ਵੀ। ਮੇਰੀ ਹੁਣ ਅੱਜ ਗੱਲ ਹੋਈ ਸੀਗੀ ਉੱਥੇ, ਮੈਂ ਤੇ ਉੱਥੇ ਜਿਹੜੇ ਸਾਡੇ ਵਕੀਲ ਸਾਹਿਬ ਆ, ਅਸੀਂ ਉਹਨਾਂ ਵੱਲੋਂ ਵੀ ਜੋ ਬਣਦੀ ਕਾਰਵਾਈ, ਜੋ ਲੀਗਲ ਹੋਏਗੀ, ਕੋਈ ਡਰਾਵਾ ਨਹੀਂ, ਹੱਥ ਬੰਨ੍ਹ ਕੇ ਕਾਰਵਾਈ ਕਰਾਂਗੇ, ਹੱਥ ਬੰਨ੍ਹ ਕੇ ਕਾਰਵਾਈ ਕਰਾਂਗੇ। ਤੂੰ ਬਿਨਾਂ ਸਬੂਤਾਂ ਤੋਂ ਕਿਸੇ ਵੀ ਬੰਦੇ ਨੂੰ ਲੈ ਕੇ ਜਿਹੜਾ ਰੇਡੀਓ ਤੇ ਬਹਿ ਜਾਂਦਾ ਨਾ, ਹਨਾ ਬੇਬੀ, ਤੇ ਉਹ ਤੈਨੂੰ ਔਖਾ ਹੋਣਾ, ਕਿਉਂਕਿ ਸਾਡੇ ਖਿਲਾਫ ਨਹੀਂ, ਇੱਕ ਹੋਰ ਕੋਈ ਸੱਜਣ ਮਿੱਤਰ ਦਾ ਸਾਨੂੰ ਬੜੇ ਹੁਣ ਫੋਨ ਵੀ ਆ ਰਹੇ ਨੇ। ਮੈਂ ਉਹਨਾਂ ਨੂੰ ਰਾਹ ਦੱਸ ਰਿਹਾ, ਯਾਰ ਕਾਨੂੰਨ ਦੇ ਕੋਲੇ ਜਾਓ, ਹੱਕ ਹੀ ਨਹੀਂ ਹੈਗਾ ਕਿਸੇ ਬੰਦੇ ਕੋਲੇ। ਐ ਪ੍ਰੋਗਰਾਮ ਡਿਲੀਟ ਕਰਵਾਊਗੀ ਸਰਕਾਰ, ਕਿਉਂਕਿ ਸਰਕਾਰ ਸਾਡੀ ਰਾਖੀ ਵਾਸਤੇ ਆ। ਇਹ ਬੰਦਾ ਕੌਮ ਦਾ, ਸਾਡੇ ਆਪਦੇ ਕੌਮ ਦੇ ਕੱਪੜੇ ਪਾੜ ਕੇ ਦਿਖਾ ਰਿਹਾ, ਇਹਦੇ ਤੇ ਤਾਂ ਕੱਪੜਾ ਹੈ ਹੀ ਨਹੀਂ ਕੋਈ। ਇਹ ਤਾਂ ਬਹਾਨਾ ਭਾਲਦਾ ਕੱਪੜੇ ਲਾਉਣ ਦਾ, ਵੀ ਮਿਲੇ ਸਹੀ ਕਿਤੇ ਕੱਪੜੇ ਲਾਉਣ ਦਾ ਬਹਾਨਾ ਤੇ ਲਾ ਲੈਂਦੇ ਨੇ ਸਭ ਨਹੀਂ ਹੈ ਨਾ। ਸੋ ਲਾਈਕ ਇਹ ਸਾਡੀ ਕਮਿਊਨਿਟੀ ਨੂੰ ਅਸੀਂ ਬਚਾਉਣਾ ਆ, ਠੀਕ ਹੈ ਜੀ। ਤੇ ਚਲੋ ਲੱਸੀ ਹੋ ਗਈ ਕਮਨ ਬੇਬੀ ਦੀ, ਲਿਖਿਆ ਕਿਸੇ ਨੇ ਥੱਲੇ। ਮੈਂ ਗੰਦੇ ਬੰਦੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਯਾਰ, ਤੇ ਚਲੋ ਠੀਕ ਹੈ ਫਿਰ, ਹਨਾ। ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ। ਮੈਂ ਐਂਡ 'ਚ ਫੇਰ ਤੋਂ ਬੇਨਤੀ ਕਰਦਾ ਕਿ ਜਿਹੜਾ ਆਪਣਾ ਅਨਮੈਰਿਡ ਐਲਬਮ ਦਾ ਮੈਂ ਪਹਿਲਾ ਗਾਣਾ ਰਿਲੀਜ਼ ਕੀਤਾ, ਉਹਨੂੰ ਸਪੋਰਟ ਕਰਿਓ ਜਰੂਰ, ਕਿਉਂਕਿ ਤੁਹਾਡੀ ਸਪੋਰਟ ਦੀ ਲੋੜ ਆ। ਗਾਉਣੇ ਤੁਹਾਡੇ ਵਾਸਤੇ ਤਾਂ ਨੈਚੁਰਲ, ਤੁਹਾਨੂੰ ਹੀ ਕਹਿਣਾ ਕਿ ਲੋੜ ਆ ਤੁਹਾਡੀ ਸਪੋਰਟ ਦੀ, ਹਨਾ। ਤੇ ਤੁਸੀਂ ਸਾਰੇ ਮੇਰਾ YouTube ਜਿਹੜਾ ਚੈਨਲ ਆ ਸਬਸਕ੍ਰਾਈਬ ਜਰੂਰ ਕਰ ਲਿਓ, ਸਿੱਪੀ ਗੱਲ ਦੇ ਨਾਮ ਤੋਂ ਆ, ਨਵਾਂ ਚੈਨਲ ਆ ਹਲੇ। ਤੇ ਪਰ ਇਹਨੂੰ ਵੀ ਦੱਸਣਾ ਚਾਹੁੰਦਾ, ਜਿਹੜਾ ਕਹਿੰਦਾ ਸੀ ਬੇਸੁਰਾ ਜਿਹੜਾ ਮਾੜਾ, ਜੋ ਵੀ ਤੂੰ ਕਹਿੰਦਾ ਸੀਗਾ, ਉਹ ਤੇਰੇ ਚਾਚੇ ਦਾ ਨਾ ਇਹਨਾਂ ਭਰਾਵਾਂ ਦੇ ਸਦਕੇ ਤੇ ਉਸ ਰੱਬ ਦੀ ਮਿਹਰ ਸਦਕੇ ਪਹਿਲੇ ਦਿਨ ਜਦੋਂ ਟੀਜ਼ਰ ਵੀ ਸਿਰਫ 2.5 ਲੱਖ ਸਬਸਕ੍ਰਾਈਬਰ ਤੇ ਆਇਆ ਸੀ ਨਾ, ਟ੍ਰੈਂਡਿੰਗ 6 ਤੇ ਚੜ ਗਿਆ ਸੀ ਐਂ। ਤੇ ਗਾਣਾ ਜਦੋਂ ਆਇਆ ਸੀਗਾ ਉਹ ਵੀ ਟ੍ਰੈਂਡਿੰਗ 2 ਤੇ ਚਲਾ ਗਿਆ ਸੀਗਾ। ਤੇ ਤੂੰ ਮੈਨੂੰ ਦੱਸਣ ਦੀ ਲੋੜ ਨਹੀਂ ਵੀ ਮੈਂ ਕਿਹੋ ਜਿਹਾ ਗਾਉਣਾ, ਮੇਰੀ ਰੂਹ ਖੁਸ਼ ਆ, ਮੇਰੇ ਸੁਣਨ ਵਾਲੇ ਖੁਸ਼ ਆ, ਤੈਥੋਂ ਕੀ ਲੈਣਾ ਦੁਖੀਏ। ਚੱਲ ਕਮ ਔਨ ਬੇਬੀ, ਆ ਹੁਣ ਮੇਰੀ ਇੰਟਰਵਿਊ ਤੂੰ ਦੇਖੀ ਰਾਤ ਨੂੰ, ਤੇ ਉੱਠ ਕੇ ਨਾ ਭੱਜੀ, ਕੰਧ ਕੁੰਧ ਚ ਨਾ ਵੱਜੀ। ਜੇ ਕਦੇ ਰਾਤ ਨੂੰ ਬਾਥਰੂਮ ਆਵੇ ਤਾਂ ਲਾਈਟ ਜਗਾ ਲਈ, ਠੀਕ ਹੈ। ਵੈਸੇ ਤਾਂ ਤੇਰੇ ਕੋਲੇ ਕੋਈ ਨਾ ਕੋਈ ਹੁੰਦਾ ਹੀ ਆ, ਕੱਲਾ ਤਾਂ ਤੂੰ ਰਹਿ ਨਹੀਂ ਸਕਦਾ। ਆ ਤੇਰੇ ਨਾਲ ਦਾ ਹੀ ਹੁੰਦਾ ਜਿਹੜਾ ਤੇਰੇ ਮੂਹਰੇ ਫੋਨ ਜੇ ਚੱਕਦਾ ਹੁੰਦਾ, ਸੱਚ ਲੈ ਉਹਦੀ ਗੱਲ ਕਰਨੀ ਭੁੱਲ ਗਿਆ। ਲੈ ਦੱਸ, ਉਹ 3 ਚ ਨਹੀਂ 13 ਚ ਨਹੀਂ, ਉਹ ਹੈ ਉਹ ਅੱਡ ਫੰਨੇ ਖਾਏ। ਉਹਨੂੰ ਇਹ ਇੱਕ ਛੋਟਾ ਜੀ ਜਗ੍ਹਾ ਤੇ ਬੈਠ ਕੇ ਇਹਨਾਂ ਨੂੰ ਇਹ ਲੱਗ ਰਿਹਾ ਵੀ ਅਸੀਂ ਦੁਨੀਆ ਦੇ ਉੱਪਰ ਇਹ ਤਾਲੀਬਾਨ ਵਾਲਾ ਹਿਸਾਬ ਸਮਝਦੇ ਵੀ ਅਸੀਂ ਤਾਲੀਬਾਨੀ ਆ, ਮਤਲਬ ਅਸੀਂ ਬਸ ਉਹ ਕਬਜ਼ਾ ਕੀਤਾ ਹੋਇਆ। ਕੋਈ ਬੰਦਾ ਫੋਨ ਕਰਦਾ, ਉਹਦਾ ਜਿਹਦਾ ਜੀ ਕਰਦਾ ਗੱਲ ਕਰਾਉਂਦੇ, ਜਿਹੜਾ ਸੱਚਾ ਹੁੰਦਾ ਉਹਦੀ ਗੱਲ ਨਹੀਂ ਕਰਾਉਂਦੇ। ਤੇ ਜਿਹੜੀਆਂ ਆਪਦੀਆਂ ਜਿਹੜੀਆਂ ਉਹ ਭੇਡਾਂ, ਜਿਹੜੀਆਂ ਪੇਡ ਨੇ, ਜਿਹੜੀਆਂ ਵਿਹਲੀਆਂ ਭੇਡਾਂ ਨੇ, ਹਨਾ, ਉਹਨਾਂ ਤੋਂ ਪੇਡ ਤੂੰ ਆਪਦੇ ਕਾਲਰਾਂ ਦੀਆਂ ਗੱਲਾਂ ਲੈ ਲੈਂਦਾ। ਕਿੱਡੀ ਪਲੈਨਿੰਗ ਕਰਦਾ ਯਾਰ ਤੂੰ, ਹੈ ਰਾਤ ਨੂੰ ਧਿਆਨ ਨਾਲ ਉੱਠੀ, ਕੰਧ ਕੁੰਧ ਚ ਨਾ ਵੱਜ ਜੀ। ਆਪਾਂ ਕਾਨੂੰਨ ਰਾਹੀਂ ਲੜਾਂਗੇ, ਇਹ ਹੱਕ ਆ। ਮੈਂ ਹੱਕ ਦੀ ਗੱਲ ਕਰ ਰਿਹਾ, ਹੱਕ ਲਈ ਸਾਰੇ ਲੜਦੇ ਚੰਗੇ ਲੱਗਦੇ। ਮੇਰਾ ਜੀ ਨਹੀਂ ਕਰਦਾ, ਮੈਨੂੰ ਸਵਾਦ ਇਹਨਾਂ ਦਾ ਹੀ ਆਉਂਦਾ ਨਾ, ਮਤਲਬ ਤੁਹਾਨੂੰ ਸਹੀ ਦੱਸਾਂ ਤਾਂ। ਪਰ ਫਿਰ ਉਹੀ ਗੱਲ ਆ ਯਾਰ, ਕਿੰਨੇ ਕਰੋੜੇ ਮਾਰਨੇ ਨੇ ਕੰਧ ਚ, ਹੈ ਮੇਰੇ ਵਾਲਿਓ। ਲਵ ਯੂ, ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ, ਤੁਸੀਂ ਖੁਸ਼ ਰਹੋ। ਤੇ ਜਿੰਨੇ ਤੁਸੀਂ ਬਾਹਰ ਸਾਡੇ ਸਟੂਡੈਂਟ ਭਰਾ ਗਏ ਹੋ ਨਾ, ਰੱਬ ਤੁਹਾਨੂੰ ਤਰੱਕੀਆਂ ਦੇਵੇ, ਤੁਹਾਡੇ ਕੋਲੇ ਚੰਗੀਆਂ ਗੱਡੀਆਂ, ਚੰਗੇ ਘਰ ਹੋਣ, ਤੁਹਾਡੇ ਮਾਂ ਪਿਓ ਤੁਹਾਡੇ ਕੋਲੇ ਹੋਣ, ਤੁਹਾਡੇ ਪਰਿਵਾਰ ਤੁਹਾਡੇ ਕੋਲੇ ਹੋਣ, ਤੁਹਾਡੇ ਬੱਚੇ ਤੁਹਾਡੇ ਕੋਲੇ ਹੋਣ। ਸਤਿ ਸ੍ਰੀ ਅਕਾਲ, ਲਵ ਯੂ, ਜਿਉਂਦੇ ਰਹੋ। ਹੁਣ ਮੈਨੂੰ ਉਹਨੂੰ ਬੰਦ ਨਹੀਂ ਕਰਨਾ ਆਉਂਦਾ, ਕਿੱਥੋਂ ਹੋਣਾ। ਓਕੇ, ਹੁਣ ਮੈਨੂੰ ਬੁਲਾਉਣਾ ਪੈਣਾ ਕਿਸੇ ਨੂੰ ਯਾਰ, ਤੁਸੀਂ ਹੋਲਡ ਰੱਖਿਓ। ਚਲੋ ਉਹਨਾਂ ਚਿਰ ਗੱਲ ਕਰਦੇ ਆਪਾਂ, ਔਰਨ ਮਾਰਦੇ ਆ ਤੇ ਕਿਸੇ ਨੂੰ ਕਹਿੰਦੇ ਆ ਵੀ ਕਿੱਥੋਂ ਬੰਦ ਹੋਊਗਾ। ਚਲ ਉਹਨਾਂ ਚਿਰ 2-4 ਗੱਲਾਂ ਤੁਸੀਂ ਸੁਣਾ ਦਿਓ, ਤੁਹਾਡੇ ਕਮੈਂਟ ਪੜ੍ਹ ਲੈਣੇ ਯਾਰ। ਲਵ ਯੂ ਸਨੀ, ਥੈਂਕ ਯੂ। ਯਾਰ ਬੰਦ ਕਿੱਥੋਂ ਹੋਣਾ ਇਹ? ਇੱਕ ਮਿੰਟ, ਆ ਲਾਈਵ ਬੰਦ ਕਿੱਥੋਂ ਹੋਣਾ ਹੈ? ਕਿਵੇਂ ਹੁੰਦਾ ਬੰਦ? ਮੈਨੂੰ ਤਾਂ ਇਹ ਵੀ ਨਹੀਂ ਕਰਨਾ ਹੁੰਦਾ। ਉਹ ਸੋਨੀ, ਆ ਲਾਈਵ ਕਿੱਥੋਂ ਬੰਦ ਹੋਣਾ? ਬੰਦ ਇੱਕ ਮਿੰਟ ਰੁਕ ਜਾਓ, ਆ ਵੇ ਲੋ, ਸਾਨੂੰ ਤਾਂ ਇੰਨਾ ਕੁ ਪਤਾ। ਸੋਨੀ ਨੂੰ ਭੇਜੀ, ਇਹਨੂੰ ਕਿਵੇਂ ਹੋਊਗਾ? ਇਹਨੂੰ ਬੰਦ ਕਰ ਯਾਰ। ਆਹ ਲਾਈਵ ਇਹਨੂੰ ਮੈਂ ਕਿਉਂ ਕੱਟ ਕਰਾਂ ਯਾਰ, ਹੈ
ਆ ਤਾਂ ਪਹਿਲਾਂ ਇੰਨੀ ਕੁ ਤਾਂ ਯਾਰ ਮੈਨੂੰ ਮੇਰੀ ਤਾਂ ਮਜਬੂਰੀ ਸੀ ਆਉਣਾ। ਐਸੋ ਨਹੀਂ ਦੱਸੀ ਕਿੱਥੋਂ ਬੰਦ ਹੋਣਾ ਭਾਈ। ਉੱਤੇ 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 ਬਟਨ ਦੇਖੋ, ਉਹ ਦੇਖੋ ਹਾਂ ਕ੍ਰੋਸ ਦਾ ਪਰ ਸਭ ਤੋਂ ਉੱਤੇ। ਨਾ। ਨਹੀਂ ਕੱਟਿਆ ਜਾਣਾ ਵੀਰੇ, ਕੱਟਿਆ ਜਾਣਾ, ਕੱਟਿਆ ਜਾਣਾ। ਆ ਪੰਗਾ ਪੈ ਗਿਆ। ਜੱਟ ਹੋ ਜਾ ਪਾਸੇ ਕੋ ਸਟੱਡੀ ਕਰ ਲਓ 2 ਮਿੰਟ ਹੋਰ ਗੱਲਾਂ ਮਾਰਦਾ ਮੈਂ। ਬੇਬੀ ਆਮ ਹੇਅਰ ਇਹਨੂੰ ਬੰਦ ਕਰ ਲਓ। ਇਹ ਤਾਂ ਹੁਣ ਪਤਾ ਨਹੀਂ ਲੱਗਦਾ। ਅੱਛਾ ਪਾਕਿਸਤਾਨ ਤੋਂ ਥੈਂਕ ਯੂ ਬ੍ਰਦਰ, ਥੈਂਕ ਯੂ, ਲਵ ਯੂ ਫਰੋਮ ਹਰਿਆਣਾ, ਲਵ ਯੂ ਫਰੋਮ ਹਰਿਆਣਾ, ਥੈਂਕ ਯੂ। ਉਹ ਇਹਨੂੰ ਬੰਦ ਕਿੱਥੋਂ ਹੋਣਾ ਯਾਰ, ਐਂ ਤਾਂ ਦੱਸ ਦੋ ਹੁਣ। ਓਏ ਆ ਗਾਣੇ ਬੰਦ ਕਰੋ। ਲਵ ਯੂ ਸਾਰਿਆਂ ਨੂੰ। ਜੀਤ ਸਿੰਘ भाई मैं कुवैतो अच्छा कुवैत तो बोल रहे हो, थैंक यू ब्रदर, लव यू। लव फ्रॉम गुजरात, कुलविंदर गिल फ्रॉम मोगा, मानू के गिल किवें हो वीरे, ठीक हो? लव फ्रॉम जम्मू। अच्छा गाना सुना दियो। आड़ियां विच भेडां आ रहीआं, इन्हां नूं बेनती आ जाओ निकलो, कोई फर्क नहीं पैंदा। मर जाने मूवी कदों आनी है? हाँ जी मर जाने जिहड़ी मूवी आ ओहो रेडी आ सारी मूवी, बाई अमरदीप ने बनाई है। मूवी दा सारा कुछ हो गया ओहदा ते सारा कुछ डन आ मूवी दा। यही है ना, कैंसिल करके एंड मैं करदा। सारा कुछ रेडी आ मूवी दा। रिलीजिंग ਉਹਦੀ ਡੇਟ ਆਪਾਂ ਜਲਦੀ ਅਨਾਉਂਸ ਕਰਾਂਗੇ ਤੇ ਇਹ ਗਦਰੀ ਉਹਦੇ ਫਿਲਮ ਵੀ ਤਿਆਰ ਆ ਤੇ ਉਹ ਦੋਨਾਂ ਦੀ ਆਪਾਂ ਜਲਦੀ ਡੇਟ ਅਨਾਉਂਸ ਕਰਦੇ ਆ। ਟਾਈਗਰ ਇਜ਼ ਬੈਕ, ਤੁਸੀਂ ਮੇਰੇ ਟਾਈਗਰ ਹੋ। ਚਲੋ ਠੀਕ ਆ ਵੀਰੇ, ਟਰਾਈ ਕਰਦੇ ਆ ਬੰਦ ਕਰਨ ਦੀ। ਥੈਂਕ ਯੂ ਸੋ ਮਚ ਬੇਬੀ। ਕੰਧ ਕੁੰਧ ਚ ਨਾ ਵੱਜ ਜੀ, ਖਿਆਲ ਰੱਖੀ। ਐਂਡ ਨਾਓ ਪੱਕਾ।